ਜਿੰਨੀਆਂ ਵੀ ਖੇਡਾਂ ਨਾਲ ਜੁੜੀਆਂ ਹੋਈਆਂ ਫੈਡਰੇਸ਼ਨ ਹੈ, ਐਸੋਸੀਏਸ਼ਨ ਹੈ, ਉਹਦੇ ਵਿੱਚ ਸਿਆਸਤਦਾਨਾਂ ਦੀ, ਗੈਂਗਸਟਰਾਂ ਦੀ ਐਂਟਰੀ ਹੋ ਚੁੱਕੀ ਹੈ। ਸੰਦੀਪ ਨੰਗਲ ਲੰਬੀਆਂ ਦੇ ਕਤਲ ਤੋਂ ਬਾਅਦ ਖਾਸ ਕਰਕੇ ਜਿਹੜੇ ਪਲੇਅਰ ਕੁਝ ਬਾਹਰ ਖੇਡਣ ਗਏ ਸੀਗੇ ਉਹ ਪੰਜਾਬ ਮੁੜੇ ਹੀ ਨਹੀਂ। ਉਹ ਬਾਹਰ ਸੈਟਲ ਹੋਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਤਾਂ ਖੇਡ ਮੈਦਾਨ 'ਚ ਖੇਡ ਰਹੇ ਆਵਾਂਗੇ, ਪਤਾ ਨਹੀਂ ਗੋਲੀ ਕਿਹੜੇ ਪਾਸੋਂ ਆ ਜਾਣੀ ਹੈ। ਉਹਨਾਂ ਨੇ ਡਿਮਾਂਡ ਇਹ ਕੀਤੀ ਵੀ ਖਿਡਾਰੀਆਂ ਦੀ ਪੈਨਸ਼ਨ ਲਾਈ ਜਾਵੇ। ਇਸ ਕਰਕੇ ਸੰਦੀਪ ਨੰਗਲ ਅੰਬੀਆਂ ਨੂੰ ਉਸ ਰਾਹ 'ਚੋਂ ਪਾਸੇ ਕਰਨ ਵਾਸਤੇ ਜਿਹੜਾ ਖੇਡ ਦਾ ਮਾਫੀਆ, ਕਬੱਡੀ ਦਾ ਮਾਫੀਆ, ਉਹਨਾਂ ਨੇ ਉਹਦਾ ਕਤਲ ਕਰਵਾਇਆ। ਸੰਦੀਪ ਨੰਗਲ ਅੰਬੀਆਂ ਨੇ ਧਰਨੇ ਮੁਜ਼ਾਹਰੇ ਤੋਂ ਘੱਟ ਨਹੀਂ ਕੀਤਾ ਕੰਮ। ਉਹਦੀ ਮੇਜਰ ਲੀਗ ਕਬੱਡੀ ਉਹ ਅਲੱਗ ਬਣਾਉਣੀ, ਕਬੱਡੀ ਦੀ ਜਿਹੜੀ ਪਹਿਲਾਂ ਵਾਲੀ ਰਵਾਇਤ ਆ ਉਹਨੂੰ ਪਲਟਾ ਖਵਾਉਣ ਵਾਸਤੇ ਉਹ ਮੇਜਰ ਲੀਗ ਕਬੱਡੀ ਉਹਨੇ ਚਲਾਈ ਸੀ। ਦੋ ਗੱਲਾਂ ਉਹਦੀਆਂ ਮੇਨ ਸੀਗੀਆਂ। ਉਸ ਮਜੀਠੀਏ ਦੇ ਨਾਲ ਸੰਦੀਪ ਨੰਗਲ ਅੰਬੀਆਂ ਦੇ ਕਾਤਲ ਸਨਾਵਰ ਢਿੱਲੋਂ ਦੀਆਂ ਫੋਟੋਆਂ ਆ ਚੁੱਕੀਆਂ, ਪਰ ਉਹ ਇਹਨਾਂ ਦੀ ਗਿਰਫਤ ਦੇ ਵਿੱਚੋਂ ਬਾਹਰ ਆ। ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਹੜੇ ਖੇਡ ਸਟੇਡੀਅਮ ਮਾੜੇ ਮੋਟੇ ਪਿੰਡਾਂ ਦੇ ਉੱਥੇ ਚਿੱਟਾ ਲਾਈ ਜਾਂਦੇ ਬੈਠੇ ਮੁੰਡੇ, ਠੀਕ ਆ, ਉਹ ਨਸ਼ੇੜੀਆਂ ਦੇ ਅੱਡੇ ਬਣੇ ਹੋਏ ਆ, ਗਰਿੱਲਾਂ ਲਾ ਕੇ ਲਈ ਜਾਂਦੇ ਲੋਹੇ ਦੀਆਂ, ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਕਿ ਤੁਹਾਡੇ ਸਟੇਡੀਅਮ ਨੂੰ ਲੋਕਾਂ ਨੇ ਚੱਟਣਾ ਨਹੀਂਗਾ, ਲੋਕਾਂ ਨੂੰ ਖੇਡ ਗਰਾਊਂਡ ਚਾਹੀਦੇ ਆ। ਸਿੱਧਾ ਸਟੇਡੀਅਮ 'ਚ ਖਿਡਾਰੀ ਕਿਵੇਂ ਆ ਜਾਊਗਾ? ਖਿਡਾਰੀ ਦਾ ਸਭ ਤੋਂ ਪਹਿਲਾ ਸਟੈਪ ਪਿੰਡ ਦਾ ਖੇਡ ਗਰਾਊਂਡ ਆ। ਉਹ ਪ੍ਰਮੋਟਰ ਜਿਹੜੇ ਕਾਲੀ ਕਮਾਈ ਨੂੰ, ਬਾਹਰ ਕਮਾਇਆ ਹੋਇਆ ਕਾਲਾ ਤਾਨਾ ਚਿੱਟਾ ਕਰਨ ਵਾਸਤੇ ਕਬੱਡੀ ਕੱਪਾਂ ਤੇ ਲਾਉਂਦੇ ਆ। ਜਿਹੜੇ ਕਬੱਡੀ ਖਿਡਾਰੀ ਆ ਮਤਲਬ 7-7 ਫੁੱਟ ਦੇ 6-6 ਫੁੱਟ ਦੇ ਨੌਜਵਾਨ ਆ ਤੇ ਵਿਚਾਰੇ ਦਿਹਾੜੀਆਂ ਕਰ ਰਹੇ ਆ, ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ। ਜਿਹੜੇ ਹੀਰੇ ਆ ਉਹ ਤਾਂ ਰੁੱਲ ਰਹੇ ਆ। ਹੁਣ ਅਮਿਤ ਸ਼ਾਹ ਦੇ ਬੰਦੇ ਮੁੰਡੇ ਨੂੰ ਕ੍ਰਿਕਟ ਬਾਰੇ ਕੀ ਪਤਾ? ਹਿੰਦੁਸਤਾਨ ਦੀ ਕ੍ਰਿਕਟ ਬੋਰਡ ਦਾ ਚੀਫ ਲਾਇਆ ਹੋਇਆ ਉਹ, ਤੇ ਜਿਹੜਾ ਭਲਵਾਨਾਂ ਵਾਲਾ ਜੱਬ ਪਿਆ ਹੋਇਆ ਉਹ ਵੀ ਇਸ ਕਰਕੇ ਲਾਇਆ ਹੋਇਆ ਕਿਉਂਕਿ ਫੈਡਰੇਸ਼ਨ ਦਾ ਤੁਸੀਂ ਜਿਹੜਾ ਪ੍ਰਧਾਨ ਆ ਉਹ ਬੀਜੇਪੀ ਦਾ ਐਮਪੀ ਲਾਇਆ ਹੋਇਆ। ਬ੍ਰਿਜ ਭੂਸ਼ਣ ਸਟੇਜ ਤੇ ਖੜਾ ਭਲਵਾਨ ਦੇ ਥੱਪੜ ਮਾਰੀ ਜਾਂਦਾ, ਤੇ ਕਿੱਥੋਂ ਤੁਸੀਂ ਮੈਡਲ ਦੀ ਆਸ ਕਰ ਲਓਗੇ? ਜਿੱਥੇ ਖਿਡਾਰੀਆਂ ਦੀ ਇੰਨੀ ਕੁ ਬੁੱਕਤ ਆ ਤੇ ਜਿੱਥੇ ਪਹਿਲਵਾਨ ਖਿਡਾਰੀਆਂ ਨੂੰ ਇਹ ਕਿਹਾ ਜਾਂਦਾ ਵੀ ਯਾਰ ਰਾਤ ਤੂੰ ਮੇਰੇ ਕਮਰੇ 'ਚ ਬਿਤਾਉਣੀ ਆ, ਉੱਥੋਂ ਤੁਸੀਂ ਕਿੱਥੋਂ ਆਸ ਕਰ ਲਓ ਕਿ ਚੰਗੇ ਮੈਡਲ ਇਸ ਹਿੰਦੁਸਤਾਨ ਵਾਸਤੇ ਆ ਜਾਣਗੇ? ਕਿ ਇਸ ਮੁਲਕ ਦੇ ਟੌਪ ਦੇ ਪਲੇਅਰ ਉਹ ਧਰਨੇ ਤੇ ਬੈਠੇ ਆ। ਅਸੀਂ ਸਭ ਤੋਂ ਪਹਿਲੀ ਗੱਲ ਇਸ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਇਹ ਸਵਾਲ ਕਰਨਾ ਚਾਹੁੰਦੇ ਆ, ਘੱਟੋ ਘੱਟ ਤੁਸੀਂ ਆਪਦੀ ਚੁੱਪੀ ਤਾਂ ਤੋੜੋ। ਇਹ ਜਦੋਂ ਰੀਓ ਓਲੰਪਿਕ ਦੀਆਂ ਖੇਡਾਂ ਹੋਈਆਂ ਇਹ ਪਲੇਅਰ ਆਏ ਆ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਇਹਨਾਂ ਨੂੰ ਚਾਹ ਤੇ ਬੁਲਾਇਆ ਸੀਗਾ, ਤੇ ਅੱਜ ਉਹੀ ਚੈਂਪੀਅਨ ਆਪਦੀ ਮੰਗ ਵਾਸਤੇ ਬੈਠਿਆ ਤਾਂ ਇੱਕ ਵੀ ਸ਼ਬਦ ਬੋਲਣ ਨੂੰ ਭਾਜਪਾ ਸਰਕਾਰ ਤਿਆਰ ਨਹੀਂ। ਤੇ ਕਿਤੇ ਇਹਨਾਂ ਨੂੰ ਚਾਹੀਦਾ ਮੰਤਰੀ ਨੂੰ ਕਿ ਕਿਤੋਂ ਪਤਾ ਕਰਨ ਕਿ ਇੱਕ ਖਿਡਾਰੀ ਬਣਨ ਵਾਸਤੇ ਕਿੰਨੀ ਤਪੱਸਿਆ ਚਾਹੀਦੀ ਹੈ। ਨੌਜਵਾਨ ਭਾਰਤ ਸਭਾ ਵੱਲੋਂ ਅੱਜ ਮੋਗਾ ਵਿਖੇ ਇੱਕ ਪ੍ਰਦਰਸ਼ਨ ਰੱਖਿਆ ਗਿਆ, ਉਸ ਤੋਂ ਬਾਅਦ ਮੰਗ ਪੱਤਰ ਦਿੱਤਾ ਗਿਆ। ਪ੍ਰਦਰਸ਼ਨ ਰੱਖਿਆ ਗਿਆ ਜਿਹੜੇ ਹੈ ਪਹਿਲਵਾਨਾਂ ਦੇ ਹੱਕ ਵਿੱਚ, ਖਿਡਾਰੀਆਂ ਦੇ ਹੱਕ ਵਿੱਚ। ਉਹਨਾਂ ਵੱਲੋਂ ਖਿਡਾਰੀਆਂ ਦੇ ਹੱਕ ਜੋ ਲੰਮੇ ਸਮੇਂ ਤੋਂ ਪਹਿਲਵਾਨ ਦਿੱਲੀ ਬੈਠੇ ਨੇ ਮੰਗਾਂ ਨੂੰ ਲੈ ਕੇ, ਉਹਨਾਂ ਮੰਗਾਂ ਨੂੰ ਪੂਰਾ ਕਰਾਉਣ ਲਈ ਸਰਕਾਰ 'ਤੇ ਦਬਾਅ ਬਣਾਉਣ ਲਈ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਬਾਕੀ ਗੱਲਬਾਤ ਕਰਦੇ ਹਾਂ ਕਿ ਕੀ ਸੀ ਇਹ ਸਾਰਾ ਮਸਲਾ, ਕਿਵੇਂ ਇਹਦੇ ਕਾਰਨ ਕੀ ਹੈ। ਬਾਈ ਕਿਉਂ ਲੱਗਿਆ ਵੀ ਤੁਹਾਨੂੰ ਮਤਲਬ ਜ਼ਿਲ੍ਹੇ ਲੈਵਲ 'ਤੇ ਵੀ ਇਹ ਚੀਜ਼ ਦੇ ਵਿੱਚ ਜਿਹੜਾ ਉਤਰਨਾ ਚਾਹੀਦਾ, ਕਿਉਂ ਕਿਹੋ ਜਿਹਾ ਖਿਡਾਰੀਆਂ ਨਾਲ ਕੀ ਧੱਕਾ ਹੋ ਰਿਹਾ? ਪਹਿਲਵਾਨਾਂ ਦੀ ਤਾਂ ਗੱਲ ਸੁਣਦੇ ਆ, ਤੁਸੀਂ ਨਾਲ ਸੰਦੀਪ ਨੰਗਲ ਅੰਬੀਆਂ ਦੀ ਗੱਲ ਕਰ ਰਹੇ, ਹੋਰ ਵੀ ਗੱਲ ਕਰ ਰਹੇ ਸੀ। ਕੌਣ ਇਹਦੇ ਪਿੱਛੇ ਸਾਰਾ, ਕਿਉਂ ਧੱਕਾ ਹੋ ਰਿਹਾ ਇਸ ਵਿਸ਼ੇ ਦੀ ਗੱਲ? ਮੇਰਾ ਨਾਮ ਕਰਮਜੀਤ ਮਾਣੂਕੇ ਹੈ, ਮੈਂ ਸੂਬਾ ਮੀਤ ਪ੍ਰਧਾਨ ਹਾਂ ਨੌਜਵਾਨ ਭਾਰਤ ਸਭਾ 'ਚ। ਇੱਕ ਤਾਂ ਪਹਿਲਾਂ ਮੈਂ ਜਾਣਕਾਰੀ ਦੇਣਾ ਚਾਹੂੰਗਾ ਕਿ ਅੱਜ ਅਸੀਂ ਮੋਗੇ ਰੋਸ ਪ੍ਰਦਰਸ਼ਨ ਕੀਤਾ। ਆਉਣ ਵਾਲੀ 29 ਮਈ ਨੂੰ ਅਸੀਂ ਪੂਰੇ ਪੰਜਾਬ 'ਚ ਘੱਟੋ ਘੱਟ 5-7 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਕੇਂਦਰਾਂ 'ਤੇ ਰੋਸ ਮੁਜ਼ਾਹਰੇ ਕਰ ਰਹੇ ਹਾਂ ਭਲਵਾਨਾਂ ਦੇ ਪੱਖ 'ਚ। ਦੂਸਰੀ ਗੱਲ ਇਹ ਹੈ ਕਿ ਭਲਵਾਨ ਮਹੀਨਾ ਹੋ ਗਿਆ ਧਰਨੇ ਤੇ ਬੈਠੇ ਆ। ਅੱਜ ਇੰਡੀਆ ਗੇਟ 'ਤੇ ਉਹਨਾਂ ਦਾ ਕੈਂਡਲ ਮਾਰਚ ਵੀ ਆ। ਪਿੱਛੇ ਜੇ ਇੱਕ ਮੂਵੀ ਆਈ ਸੀਗੀ ਰੰਗ ਦੇ ਬਸੰਤੀ, ਜਿਹਦੇ ਵਿੱਚ ਮਤਲਬ ਵੀ ਇੱਕ ਪਾਇਲਟ ਦਾ ਜਿਹੜਾ ਉਹ ਪੂਰਾ ਕਾਂਡ ਰਚ ਕੇ ਉਹਦਾ ਕਤਲ ਕਰਵਾਇਆ ਜਾਂਦਾ ਮੰਤਰੀਆਂ ਵੱਲੋਂ, ਤਾਂ ਉਹਦੇ ਖਿਲਾਫ ਇੰਡੀਆ ਗੇਟ ਤੇ ਉਹ ਜਿਹੜੇ ਕੁਝ ਨੌਜਵਾਨ ਆ ਕੈਂਡਲ ਮਾਰਚ ਕਰਨ ਜਾਂਦੇ ਆ। ਸੇਮ ਡਿਟੋ ਉਸ ਤਰ੍ਹਾਂ ਦੀ ਜਿਹੜੀ ਕਹਾਣੀ ਆ ਸਾਨੂੰ ਦੇਖਣ ਨੂੰ ਮਿਲ ਰਹੀ ਆ ਕਿ ਇਸ ਮੁਲਕ ਦੇ ਟੌਪ ਦੇ ਪਲੇਅਰ, ਟੌਪ ਦੇ ਜਿਹੜੇ ਕੁਝ ਗੋਲਡ ਮੈਡਲਿਸਟ ਆ, ਕੁਝ ਹੋਰ ਹੈਗੇ ਆ, ਉਹ ਧਰਨੇ ਤੇ ਬੈਠੇ ਆ। ਅਸੀਂ ਸਭ ਤੋਂ ਪਹਿਲੀ ਗੱਲ ਇਸ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਇਹ ਸਵਾਲ ਕਰਨਾ ਚਾਹੁੰਦੇ ਆ ਕਿ ਤੁਸੀਂ ਇੱਕ ਨਾਅਰਾ ਦਿੱਤਾ ਸੀ ਬੇਟੀ ਪੜ੍ਹਾਓ ਬੇਟੀ ਬਚਾਓ, ਘੱਟੋ ਘੱਟ ਤੁਸੀਂ ਆਪਦੀ ਚੁੱਪੀ ਤਾਂ ਤੋੜੋ। ਤੁਸੀਂ ਆਪ ਨਹੀਂ ਤਾਂ ਜਿਹੜੇ ਮਹਿਲਾ ਤੁਹਾਡੇ ਸੰਸਦ ਹੈਗੇ ਆ ਬੀਜੇਪੀ ਦੇ, ਕੋਈ ਲੋਕ ਸਭਾ ਮੈਂਬਰ ਆ, ਕੋਈ ਰਾਜ ਸਭਾ ਮੈਂਬਰ ਆ, ਘੱਟੋ ਘੱਟ ਉਹਨਾਂ ਨੂੰ ਤਾਂ ਭੇਜੋ। ਸਮ੍ਰਿਤੀ ਇਰਾਨੀ ਜਿਹੜੀ ਮਤਲਬ ਵੀ ਬੋਲਦੀ ਨਹੀਂ ਥੱਕਦੀ ਸੀਗੀ ਵੀ ਬੇਟੀਆਂ ਵਾਸਤੇ, ਔਰਤਾਂ ਤੇ ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਘੱਟੋ ਘੱਟ ਤੁਹਾਡੀ ਸੰਸਦ ਦੇ ਪੈਰਾਂ 'ਚ ਬੈਠੇ ਆ ਉਹ ਖਿਡਾਰੀ,
ਆਮ ਇਨਸਾਨ ਨਹੀਂ ਹੈਗੇ, ਉਹ ਟੌਪ ਦੇ ਪਲੇਅਰ ਆ। ਤੇ ਕਿਤੇ ਇਹਨਾਂ ਨੂੰ ਚਾਹੀਦਾ ਮੰਤਰੀ ਨੂੰ ਕਿ ਕਿਤੋਂ ਪਤਾ ਕਰਨ ਕਿ ਇੱਕ ਖਿਡਾਰੀ ਬਣਨ ਵਾਸਤੇ ਕਿੰਨੀ ਤਪੱਸਿਆ ਚਾਹੀਦੀ ਹੈ। ਇਹ ਭਗਤੀ ਤੋਂ ਘੱਟ ਨਹੀਂ ਹੁੰਦਾਗਾ ਕੰਮ, ਕਿ ਗਰਾਊਂਡ ਦੇ ਵਿੱਚ 12-12 14-14 ਘੰਟੇ ਪਸੀਨਾ ਵਹਾਉਣਾ ਪੈਂਦਾ, ਖੁਰਾਕ ਖਾਣੀ ਪੈਂਦੀ ਆ, ਆਪਦਾ ਘਰ ਜਿਹੜੇ ਆਮ ਘਰਾਂ 'ਚੋਂ ਚੱਲ ਕੇ ਆਉਂਦੇ ਆ, ਬਹੁਤ ਔਖੀਆਂ ਹਾਲਤਾਂ ਦੇ ਵਿੱਚੋਂ ਖਿਡਾਰੀ ਕਿਵੇਂ ਬਣਦਾ ਤੇ ਕਿਵੇਂ ਦੇਸ਼ ਵਾਸਤੇ ਉਹ ਮੈਡਲ ਲੈ ਕੇ ਆਉਂਦਾ, ਘੱਟੋ ਘੱਟ ਇਹਨਾਂ ਨੂੰ ਪਤਾ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਭਾਜਪਾ ਸਰਕਾਰ ਦੀ ਨਿਖੇਧੀ ਕਰਦੇ ਆ ਕਿ ਮਹੀਨਾ ਹੋ ਗਿਆ ਪਲੇਅਰਾਂ ਵਾਲੇ ਇੱਕ ਵੀ ਜਿਹੜੀ ਗੱਲ ਬੋਲਣ ਨੂੰ ਤਿਆਰ ਨਹੀਂ। ਹਾਲਾਂਕਿ ਜਦੋਂ ਰੀਓ ਓਲੰਪਿਕ ਦੀਆਂ ਖੇਡਾਂ ਹੋਈਆਂ, ਇਹ ਪਲੇਅਰ ਆਏ ਆ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਇਹਨਾਂ ਨੂੰ ਚਾਹ ਤੇ ਬੁਲਾਇਆ ਸੀਗਾ, ਤੇ ਅੱਜ ਉਹੀ ਚੈਂਪੀਅਨ ਆਪਦੀ ਮੰਗ ਵਾਸਤੇ ਬੈਠਿਆ ਤਾਂ ਇੱਕ ਵੀ ਸ਼ਬਦ ਬੋਲਣ ਨੂੰ ਭਾਜਪਾ ਸਰਕਾਰ ਤਿਆਰ ਨਹੀਂ। ਦੂਸਰਾ, ਅਸੀਂ ਭਲਵਾਨਾਂ ਦਾ ਸਮਰਥਨ ਕਰ ਰਹੇ ਹਾਂ, ਨਾਲ ਹੀ ਨਾਲ ਇੱਕ ਚੀਜ਼ ਨੂੰ ਅਸੀਂ ਐਕਸਪੋਜ਼ ਕਰਨਾ ਚਾਹੁੰਦੇ ਆ, ਜਿਹੜੀ ਅੰਦਰ ਹੀ ਅੰਦਰ ਇੱਕ ਘੁੱਟਣ ਦੇ ਵਿੱਚ, ਇੱਕ ਦਾਬੇ ਦੇ ਵਿੱਚ ਜਿਹੜੇ ਖਿਡਾਰੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਆ, ਉਹ ਇੱਕ ਸਹਿਮ ਦੇ ਵਿੱਚ ਆ। ਉਹ ਦਾਬਾ ਇਹ ਆ ਕਿ ਜਿੰਨੀਆਂ ਵੀ ਖੇਡਾਂ ਨਾਲ ਜੁੜੀਆਂ ਹੋਈਆਂ ਫੈਡਰੇਸ਼ਨਾਂ, ਐਸੋਸੀਏਸ਼ਨਾਂ, ਉਹਦੇ ਵਿੱਚ ਸਿਆਸਤਦਾਨਾਂ ਦੀ, ਗੈਂਗਸਟਰਾਂ ਦੀ ਐਂਟਰੀ ਹੋ ਚੁੱਕੀ ਆ। ਸੰਦੀਪ ਨੰਗਲ ਅੰਬੀਆਂ ਦਾ ਕਾਂਡ ਆਪਾਂ ਦੇਖਿਆ, ਉਹਦੀ ਕੀ ਵਜ੍ਹਾ ਸੀਗੀ? ਉਹਦੀ ਵਜ੍ਹਾ ਇਹ ਸੀ ਕਿ ਜਿਹੜੇ ਕਹਿੰਦੇ ਆ ਕਿ ਕਬੱਡੀ ਕੱਪਾਂ ਦੇ ਅਸੀਂ ਲੱਖਾਂ ਲੱਖਾਂ ਰੁਪਈਆ ਖਰਚ ਕਰ ਰਹੇ ਆ, ਉਹ ਪ੍ਰਮੋਟਰ ਜਿਹੜੇ ਕਾਲੀ ਕਮਾਈ ਨੂੰ, ਬਾਹਰ ਕਮਾਇਆ ਹੋਇਆ ਕਾਲਾ ਤਾਨਾ ਚਿੱਟਾ ਕਰਨ ਵਾਸਤੇ ਕਬੱਡੀ ਕੱਪਾਂ ਤੇ ਲਾਉਂਦੇ ਆ, ਲੱਖ ਲੱਖ 1.5 ਲੱਖ ਰੁਪਈਏ ਦਾ ਨਾਮ ਰੱਖਦੇ ਆ ਉਹ, ਠੀਕ ਆ। ਫਿਰ ਉਹ ਨਸ਼ੇ ਵਾਲੀ, ਉਹ ਸਿਫਾਰਸ਼ਾਂ ਵਾਲੀ, ਪੈਸੇ ਵਾਲੀ ਕਬੱਡੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ। ਤੇ ਸੰਦੀਪ ਨੰਗਲ ਅੰਬੀਆਂ ਦਾ ਸਿਰਫ ਕਸੂਰ ਇਹ ਸੀਗਾ, ਤਾਂ ਅਸੀਂ ਤਾਂ ਕਹਿੰਦੇ ਆ ਵੀ ਇੱਥੇ ਆਪਾਂ ਧਰਨਾ ਮੁਜ਼ਾਹਰਾ ਲਾਉਂਦੇ ਆਪਦੀ ਮੰਗ ਵਾਸਤੇ। ਸੰਦੀਪ ਨੰਗਲ ਅੰਬੀਆਂ ਨੇ ਧਰਨੇ ਮੁਜ਼ਾਹਰੇ ਤੋਂ ਘੱਟ ਨਹੀਂ ਕੀਤਾ ਕੰਮ, ਉਹਨੇ ਝੰਡਾ ਨਹੀਂ ਚੱਕਿਆ, ਉਹਨੇ ਨਾਅਰਾ ਨਹੀਂ ਮਾਰਿਆਗਾ, ਪਰ ਉਹਦਾ ਜਿੰਨਾ ਕੰਮ ਸੀਗਾ ਜਿਹੜਾ ਸੰਘਰਸ਼ ਵਾਲਾ ਸੀ ਸਾਰਾ, ਉਹਦੀ ਮੇਜਰ ਲੀਗ ਕਬੱਡੀ ਉਹ ਅਲੱਗ ਬਣਾਉਣੀ, ਕਬੱਡੀ ਦੀ ਜਿਹੜੀ ਪਹਿਲਾਂ ਵਾਲੀ ਰਵਾਇਤ ਆ ਉਹਨੂੰ ਪਲਟਾ ਖਵਾਉਣ ਵਾਸਤੇ ਉਹ ਮੇਜਰ ਲੀਗ ਕਬੱਡੀ ਉਹਨੇ ਚਲਾਈ ਸੀ। ਦੋ ਗੱਲਾਂ ਉਹਦੀਆਂ ਮੇਨ ਸੀਗੀਆਂ। ਇੱਕ ਗੱਲ ਸੀ ਕਿ ਉਹ ਡਰੱਗ ਟੈਸਟ ਦੇ ਨਾਲ ਡੋਪ ਟੈਸਟ ਕਰਾਉਣਾ ਚਾਹੁੰਦਾ ਸੀਗਾ, ਕਿ ਇਕੱਲਾ ਇਹ ਨਾ ਦੇਖਿਆ ਜਾ ਵੀ ਖਿਡਾਰੀ ਨੇ 5-7 ਘੰਟੇ ਪਹਿਲਾਂ ਨਸ਼ਾ ਕੀਤਾ ਕਿ ਨਹੀਂ, ਪਿਛਲੇ 5-6 ਸਾਲ ਮਹੀਨਿਆਂ 'ਚ ਵੀ ਉਹਨੇ ਨਸ਼ਾ ਤਾਂ ਨਹੀਂ ਕੀਤਾ। ਪਹਿਲੀ ਉਹਨਾਂ ਦੀ ਇਹ ਸੀ ਮੇਜਰ ਲੀਗ ਕਬੱਡੀ ਦੀ। ਦੂਸਰੀ ਉਹਨਾਂ ਦੀ ਇਹ ਸੀ ਕਿ ਜਿਹੜੇ ਖਿਡਾਰੀ ਨੇ ਖੇਡ ਮੈਦਾਨ ਦੇ ਵਿੱਚ ਪਸੀਨਾ ਵਹਾਇਆ, ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਵੀ ਇਹ ਮੰਗ ਉਠਾ ਰਹੇ ਹਾਂ ਕਿ ਜਿਹਨੇ ਸਾਰੀ ਜ਼ਿੰਦਗੀ ਦਿੱਤੀ ਖੇਡ ਨੂੰ, ਤੇ ਜਦੋਂ ਗਿੱਟੇ ਗੋਡੇ ਦੁਖਣ ਲੱਗ ਜਾਂਦੇ ਆ ਉਦੋਂ ਕੋਈ ਪੁੱਛਦਾ ਨਹੀਂ ਗਾ। ਇੱਥੇ ਜਿਵੇਂ ਅੱਜ ਸ਼ੀਲੂ ਦਾ ਨਾਮ ਬੋਲਦਾ, ਉਸ ਤਰ੍ਹਾਂ ਬਹੁਤ ਟੌਪ ਦੇ ਪਲੇਅਰ ਜਿਨ੍ਹਾਂ ਦਾ ਉਹਦੇ ਟਾਈਮ ਤੇ ਨਾਮ ਬੋਲਦਾ ਸੀਗਾ, ਅੱਜ ਉਹਨਾਂ ਨੂੰ ਪੁੱਛਣ ਨੂੰ ਕੋਈ ਤਿਆਰ ਨਹੀਂ। ਗੁਰਜੀਤ ਤੂਤ ਦੀ ਜਾ ਕੇ ਤੁਸੀਂ ਹਾਲਤ ਦੇਖੋ। ਉਹਨਾਂ ਨੇ ਡਿਮਾਂਡ ਇਹ ਕੀਤੀ ਵੀ ਖਿਡਾਰੀਆਂ ਦੀ ਪੈਨਸ਼ਨ ਲਾਈ ਜਾਵੇ, ਉਹਨਾਂ ਦੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਪੱਕੀ ਪੈਨਸ਼ਨ ਲਾਈ ਜਾਵੇ। ਜਿਵੇਂ ਇੱਕ ਮੁਲਾਜ਼ਮ ਰਿਟਾਇਰ ਹੁੰਦਾ, ਉਸ ਤਰ੍ਹਾਂ ਕਬੱਡੀ ਦਾ ਖਿਡਾਰੀ, ਕੁਸ਼ਤੀ ਦਾ ਪਹਿਲਵਾਨ ਜਿਵੇਂ ਆਪਣੀ ਖੇਡ ਖੇ ਕੇ ਰਿਟਾਇਰ ਹੁੰਦਾ 30-40 ਸਾਲਾਂ ਬਾਅਦ ਰਿਟਾਇਰਮੈਂਟ ਮੰਨਿਆ ਜਾਵੇ, ਤਾਂ ਉਹਨਾਂ ਦੀ ਪੈਨਸ਼ਨ ਲਾਈ ਜਾਵੇ। ਇਸ ਕਰਕੇ ਸੰਦੀਪ ਨੰਗਲ ਅੰਬੀਆਂ ਨੂੰ ਉਸ ਰਾਹ 'ਚੋਂ ਪਾਸੇ ਕਰਨ ਵਾਸਤੇ ਜਿਹੜਾ ਖੇਡ ਦਾ ਮਾਫੀਆ, ਕਬੱਡੀ ਦਾ ਮਾਫੀਆ, ਉਹਨਾਂ ਨੇ ਉਹਦਾ ਕਤਲ ਕਰਵਾਇਆ। ਅਸੀਂ ਇਹ ਮੰਗ ਉਠਾ ਰਹੇ ਹਾਂ ਕਿ ਜਿੰਨੀਆਂ ਖੇਡਾਂ ਨਾਲ ਜੁੜੀਆਂ ਹੋਈਆਂ ਫੈਡਰੇਸ਼ਨਾਂ, ਐਸੋਸੀਏਸ਼ਨਾਂ, ਉਹਨਾਂ ਦੇ ਵਿੱਚ ਸਰਕਾਰ ਨੂੰ ਸਿਆਸਤਦਾਨਾਂ ਦੀ, ਗੈਂਗਸਟਰਾਂ ਦੀ, ਪ੍ਰਮੋਟਰਾਂ ਦੀ ਐਂਟਰੀ ਜਿਹੜੀ ਉਹ ਬੈਨ ਕਰਨੀ ਚਾਹੀਦੀ ਆ। ਤੁਸੀਂ ਮੈਨੇਜਮੈਂਟ ਕਮੇਟੀ ਦੇ ਵਿੱਚ ਖੇਡਾਂ ਨਾਲ ਜੁੜਿਆ ਹੋਇਆ ਪ੍ਰਬੰਧ ਆ ਜਿੰਨਾ, ਇਹ ਪੂਰਾ ਖੇਡ ਢਾਂਚਾ, ਇਹਦੀ ਜਿਹੜਾ ਪ੍ਰਧਾਨ, ਇਹਦਾ ਕੋਈ ਸੈਕਟਰੀ ਲਾਉਣਾ ਕਿਸੇ ਨੂੰ, ਉਹ ਖਿਡਾਰੀਆਂ ਨੂੰ ਲਾਓ ਜਿਹਨੇ ਆਪ ਪਸੀਨਾ ਵਹਾਇਆ, ਜਿਹਨੂੰ ਖੇਡ ਬਾਰੇ ਕੁਝ ਪਤਾ। ਹੁਣ ਅਮਿਤ ਸ਼ਾਹ ਦੇ ਬੰਦੇ ਮੁੰਡੇ ਨੂੰ ਕ੍ਰਿਕਟ ਬਾਰੇ ਕੀ ਪਤਾ? ਹਿੰਦੁਸਤਾਨ ਦੀ ਕ੍ਰਿਕਟ ਬੋਰਡ ਦਾ ਚੀਫ ਲਾਇਆ ਹੋਇਆ ਉਹ। ਅਮਿਤ ਸ਼ਾਹ ਦੇ ਮੁੰਡੇ ਨੇ, ਜਿਹਨੂੰ ਵਿਚਾਰੇ ਨੂੰ ਮਤਲਬ ਵੀ ਭੋਲੂ ਕਾਕਾ ਟਾਈਪ ਆ, ਉਹ ਜਿਹਨੂੰ ਵਿਚਾਰੇ ਨੂੰ ਬੋਲਣਾ ਨਹੀਂ ਵਧੀਆ ਆਉਂਦਾਗਾ, ਤੇ ਬੈਟ ਤਾਂ ਉਹਨੇ ਸਾਰੀ ਜ਼ਿੰਦਗੀ 'ਚ ਨਹੀਂ ਕਿਤੇ ਚੱਕ ਕੇ ਦੇਖਿਆ ਹੋਣਾਗਾ, ਉਹ ਇਸ ਟਾਈਮ ਤੇ ਹਿੰਦੁਸਤਾਨ ਦੀ ਕ੍ਰਿਕਟ ਬੋਰਡ ਦਾ ਚੀਫ ਲਾਇਆ ਹੋਇਆ। ਤੇ ਜਿਹੜਾ ਭਲਵਾਨਾਂ ਵਾਲਾ ਜੱਬ ਪਿਆ ਹੋਇਆ, ਉਹ ਵੀ ਇਸ ਕਰਕੇ ਲਾਇਆ ਹੋਇਆ ਕਿਉਂਕਿ ਫੈਡਰੇਸ਼ਨ ਦਾ ਤੁਸੀਂ ਜਿਹੜਾ ਪ੍ਰਧਾਨ ਆ ਉਹ ਬੀਜੇਪੀ ਦਾ ਐਮਪੀ ਲਾਇਆ ਹੋਇਆ। ਬੀਜੇਪੀ ਦੇ ਐਮਪੀ ਨੂੰ ਤੁਸੀਂ ਪ੍ਰਧਾਨ ਲਾਇਆ ਹੋਇਆ, ਤੇ ਫਿਰ ਆਪਦੀਆਂ ਮਨਮਰਜ਼ੀਆਂ ਕਰਦਾ, ਤੇ ਜਦੋਂ ਉਹਦਾ ਕਾਲਾ ਚਿੱਠਾ ਖੁੱਲ੍ਹ ਗਿਆ ਫਿਰ ਸਾਰੀ ਸਰਕਾਰ ਉਹਦੀ ਸਪੋਰਟ ਤੇ ਆ ਗਈ ਆ। ਇਹ ਕਿਉਂ ਇਹਨਾਂ ਨੂੰ ਥਾਂ ਦਿੱਤੀ ਹੋਈ ਆ? ਖੇਡ ਢਾਂਚੇ ਦੇ ਵਿੱਚ ਇਹਨਾਂ ਸਿਆਸਤਦਾਨਾਂ ਦੀ, ਗੈਂਗਸਟਰਾਂ ਦੀ ਐਂਟਰੀ ਜਿਹੜੀ ਆ, ਨਸ਼ਾ ਮਾਫੀਏ ਦੀ ਬੰਦ ਹੋਣੀ ਚਾਹੀਦੀ ਆ। ਇਹ ਅੱਜ ਦੇ ਰੋਜ਼ਮੇਰਾ ਦੀ ਸਾਡੀ ਜਿਹੜੀ ਮੁੱਖ ਡਿਮਾਂਡ ਸੀਗੀ। ਦੂਸਰਾ ਸਾਡਾ ਇਹ ਆ ਕਿ ਇਸ ਮੋਗੇ ਦੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਆ ਜਿਹੜੀ, ਬਾਕੀ ਜ਼ਿਲ੍ਹਿਆਂ 'ਚ ਵੀ ਇਹੀ ਹਾਲ ਹੋਊਗਾ। ਛਾਣਬੀਣ ਦਾ ਮਾਮਲਾ, ਇਹਦੇ ਵਿੱਚ ਧਾਂਦਲੀਆਂ ਚੱਲ ਰਹੀਆਂ। ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਆਪਦੀ ਮਰਜ਼ੀ ਦੇ ਕੁਝ ਕੁ ਸੈਕਟਰੀ ਲਾਏ ਹੋਏ ਆ ਜ਼ਿਲ੍ਹਿਆਂ ਦੇ, ਉਹ ਜਿਹੜੇ ਆਪਦੀਆਂ ਮਨਮਰਜ਼ੀਆਂ ਕਰਦੇ ਆ। ਅੱਜ ਵੀ ਅਸੀਂ ਇੱਕ ਮੈਮੋਰੈਂਡਮ ਡੀਸੀ ਸਾਹਿਬ ਨੂੰ ਦਿੱਤਾ ਤੇ ਐਸਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੈ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਜਿਹੜਾ ਸੈਕਟਰੀ ਆ, ਉਹਨੇ ਨਾਲ ਦੇ ਕਮੇਟੀ ਮੈਂਬਰਾਂ ਦੇ ਜਾਲੀ ਸਾਈਨ ਕਰਵਾ ਕੇ, ਤੁਸੀਂ ਇਹ ਦੇਖੋ, ਜਾਲੀ ਸਾਈਨ ਕਰਵਾ ਕੇ ਕਿਸੇ ਵੀ ਜ਼ਿਲ੍ਹੇ ਦਾ ਜਿਹੜਾ ਡੀਸੀ ਹੁੰਦਾ, ਉਹ ਆਪਦੇ ਆਪ ਹੀ ਇੱਕ ਚੇਅਰਪਰਸਨ ਹੁੰਦਾ ਕਿਸੇ ਵੀ ਕਮੇਟੀ ਦਾ, ਤੇ ਇਹਨਾਂ ਨੇ ਤਾਂ ਜਾਲੀ ਸਾਈਨ ਕਰਕੇ ਡੀਸੀ ਸਾਹਿਬ ਨੂੰ ਕਮੇਟੀ ਤੋਂ ਬਾਹਰ ਕੀਤਾ ਹੋਇਆ।
ਮੋਗੇ ਦੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਕੁਝ ਕੁ ਬੰਦਿਆਂ ਨੇ ਜਾਲੀ ਸਾਈਨ ਕਰਕੇ ਡੀਸੀ ਸਾਹਿਬ ਨੂੰ ਕਮੇਟੀ ਚੋਂ ਬਾਹਰ ਕੀਤਾ ਹੋਇਆ। ਠੀਕ ਹੈ, ਕੁਝ ਕੁ ਬੰਦਿਆਂ ਦੇ ਜਾਲੀ ਸਾਈਨ ਕਰਵਾ ਕੇ ਆਪਦੀ ਮਰਜ਼ੀ ਦੇ ਮਤੇ ਪਾਏ ਹੋਏ ਆ ਤੇ ਉਹ 'ਚ ਹੁੰਦਾ ਕੀ ਆ ਕਿ ਸਾਰੇ ਪਲੇਅਰ ਮੋਗੇ ਤੋਂ ਬਾਹਰਲੇ ਖੇਡ ਰਹੇ ਆ। ਮੋਗੇ ਦੀ ਜਿਹੜੀ ਅਕੈਡਮੀ ਹੈ ਕ੍ਰਿਕਟ ਦੀ, ਉਹਦਾ ਜਿਹੜਾ ਪ੍ਰਧਾਨ ਆ ਉਹ ਮੁਹਾਲੀ ਰਹਿਣ ਵਾਲਾ, ਕੈਪਟਨ ਆ ਮੁਹਾਲੀ ਦਾ ਰਹਿਣ ਵਾਲਾ ਮੁੰਡਾ, ਤੇ ਜਿਹੜੇ ਇੱਥੋਂ ਦੇ ਯੋਗ ਖਿਡਾਰੀ ਆ ਉਹ ਵਿਚਾਰੇ ਗਰਾਊਂਡਾਂ 'ਚ ਹੀ ਮਤਲਬ ਵੀ ਪਸੀਨਾ ਵਹਾਉਂਦੇ ਵਹਾਉਂਦੇ ਵਿਚਾਰੇ ਥੱਕ ਜਾਂਦੇ ਆ। 35 ਸਾਲ ਦੇ ਹੋ ਗਏ, ਸਿਲੈਕਸ਼ਨ ਹੁੰਦੀ ਨਹੀਂ, ਇੰਜੋਇਮੈਂਟ ਕਰਨ ਵਾਸਤੇ ਆਪ ਪੈਸੇ ਇਕੱਠੇ ਕਰਕੇ ਵਿਚਾਰੇ ਖੇਡੀ ਜਾਂਦੇ ਆ। ਇਹ ਇਕੱਲਾ ਕ੍ਰਿਕਟ ਦਾ ਹਾਲ ਨਹੀਂ, ਸਾਰੀਆਂ ਖੇਡਾਂ ਦਾ ਇਹ ਹਾਲ ਆ। ਅਸੀਂ 20 ਦਿਨ ਦਰਜਨਾਂ ਪਿੰਡਾਂ ਦੇ ਵਿੱਚ ਕੰਪੇਨ ਚਲਾਈ ਆ ਤੇ ਸਾਰੇ ਪਿੰਡਾਂ 'ਚੋਂ ਸਾਨੂੰ ਇੱਕ ਪਿੰਡ ਟੱਕਰਿਆ ਜਿਹਦੇ ਕੋਲੇ ਮਨਿੰਦਰ ਜੀ ਤੁਸੀਂ ਵੀ ਜਾ ਕੇ ਆਏ ਹੋ ਕੱਲ ਪਰਸੋਂ, ਭਗਵਾਨ ਸਿੰਘ ਰਾਮੂ ਵਾਲਾ, ਭਾਨਾ ਕੋਚ ਜਿਨ੍ਹਾਂ ਨੂੰ ਕਹਿੰਦੇ ਆ। ਅਸੀਂ ਉਸ ਖੇਡ ਮੈਦਾਨ 'ਚ ਜਾ ਕੇ ਆਏ ਆ। ਅਸੀਂ ਆਪਦੇ ਆਪ ਗਿਣਿਆ 63 ਮੁੰਡੇ ਇੱਕੋ ਟਾਈਮ ਤੇ ਜਿਹੜਾ ਖੇਡ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਸੀਗੇ, ਕਿਉਂਕਿ ਉਹਨਾਂ ਦੇ ਕੋਲ ਕੋਚ ਆ, ਉਹਨਾਂ ਨੂੰ ਦੱਸਣ ਵਾਲਾ ਵੀ ਕਿੱਧਰੋਂ ਕਿੱਧਰ ਨੂੰ ਲੱਤ ਚਲਾਉਣੀ ਆ, ਕਿਵੇਂ ਜੱਫਾ ਲਾਉਣਾ, ਕਿਵੇਂ ਮਤਲਬ ਵੀ ਕਬੱਡੀ ਖੇਡਣੀ ਹੈਗੀ ਆ। ਜਦੋਂ ਕੋਚ ਹੀ ਨਹੀਂ ਹੈਗਾ ਖੇਡ ਗਰਾਊਂਡ ਦੇ ਵਿੱਚ, ਰਾਜਿਆਂ ਨੇ ਅਸੀਂ ਖੇਡ ਗਰਾਊਂਡ 'ਚ ਗਏ, ਉੱਥੇ ਇੱਕ ਮੁੰਡੇ ਨੇ ਸਾਨੂੰ ਦੱਸਿਆ ਕਿ ਸਾਡੇ ਕੋਲੇ ਗਰਾਊਂਡ ਨੂੰ ਪਾਣੀ ਲਾਉਣ ਨੂੰ ਮੋਟਰ ਨਹੀਂ ਲਵਾ ਕੇ ਦਿੱਤੀ ਪੰਚਾਇਤ ਨੇ। ਉਹ ਮੁੰਡੇ ਨੇ ਸਾਨੂੰ ਦੱਸਿਆ ਕੱਸੀ ਦਾ ਪਾਣੀ ਕਹਿੰਦਾ ਮੈਂ ਆ ਕੇ ਲਾਉਂਦਾ ਸੀਗਾ, ਮੇਰਾ ਜਨੂਨ ਆ, ਫੁੱਟਬਾਲ ਦਾ ਖਿਡਾਰੀ ਆ ਉਹ, ਤੇ ਉਹ ਕੱਸੀ ਦਾ ਜਿਹੜਾ ਪਾਣੀ ਜ਼ਹਿਰੀਲਾ ਸੀਗਾ, ਉਹਨੂੰ ਅਲਰਜੀ ਹੋ ਗਈ। 25,000 ਰੁਪਏ ਉਹਨੇ ਅਲਰਜੀ ਦਾ ਇਲਾਜ ਕਰਾਉਣ ਤੇ ਲਾਇਆ, ਸਿਰਫ ਇਸ ਕਰਕੇ ਗਰਾਊਂਡ ਨੂੰ ਬਚਾਉਣਾ ਚਾਹੁੰਦਾ ਸੀਗਾ। ਤੇ ਰਾਜਿਆਣਾ ਪਿੰਡ 5 ਪਿੰਡਾਂ ਦੇ ਬਰਾਬਰ ਆ ਤੇ ਪੰਚਾਇਤ ਤੋਂ ਇੰਨਾ ਨਹੀਂ ਸਰਿਆ ਕਿ ਆਪਦੇ ਖੇਡ ਗਰਾਊਂਡ ਨੂੰ ਵਧੀਆ ਢੰਗ ਨਾਲ ਚਲਾ ਲੇ। ਕੱਲਾ ਰਾਜਿਆਣਾ ਨਹੀਂ, ਸਾਰੇ ਪਿੰਡਾਂ ਦਾ ਇਹ ਹਾਲ ਆ। ਬਹੁਤ ਸਾਰੇ ਪਿੰਡਾਂ 'ਚ ਖੇਡ ਗਰਾਊਂਡ ਨਹੀਂ ਹੈਗੇ, ਜੇ ਖੇਡ ਗਰਾਊਂਡ ਹੈਗਾ ਵਲਗਨ ਨਹੀਂ ਹੈਗੀ, ਜੇ ਹੈਗਾ ਤਾਂ ਉੱਥੇ ਕੋਚ ਨਹੀਂ ਹੈਗਾ। ਖਿਡਾਰੀ ਆਪਦੇ ਆਪ ਨਹੀਂ ਪੈਦਾ ਹੋਊਗਾ, ਕੋਚ ਖਿਡਾਰੀ ਨੂੰ ਪੈਦਾ ਕਰੂਗਾ। ਤੇ ਇੱਥੇ ਹਾਲਾਤ ਇਹ ਬਣੇ ਹੋਏ ਆ ਕਿ ਭਗਵੰਤ ਮਾਨ ਸਾਹਿਬ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਰਹੇ ਆ। ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਮਰਤਪਾਲ ਸਿੰਘ ਸੁਖਾਨੰਦ ਨੇ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਮੀਤ ਹੇਰ ਜੀ ਮੇਰੇ ਬਹੁਤ ਚੰਗੇ ਦੋਸਤ ਆ ਤੇ ਇਹਨਾਂ ਨੂੰ ਮੈਂ ਗੁਜ਼ਾਰਿਸ਼ ਕੀਤੀ ਸੀ ਤੇ ਇਹਨਾਂ ਨੇ ਹੁਣ ਬਾਘੇ ਪੁਰਾਣੇ ਸਾਨੂੰ ਨੇ ਇੱਕ ਸਟੇਡੀਅਮ ਦੇਤਾ ਤੇ ਬਣ ਰਿਹਾ ਬਹੁਤ ਵੱਡਾ ਸਟੇਡੀਅਮ। ਅਸੀਂ ਕਹਿੰਦੇ ਆ ਕਿ ਤੁਹਾਡੇ ਸਟੇਡੀਅਮ ਨੂੰ ਲੋਕਾਂ ਨੇ ਚੱਟਣਾ ਨਹੀਂਗਾ, ਲੋਕਾਂ ਨੂੰ ਖੇਡ ਗਰਾਊਂਡ ਚਾਹੀਦੇ ਆ। ਸਿੱਧਾ ਸਟੇਡੀਅਮ 'ਚ ਖਿਡਾਰੀ ਕਿਵੇਂ ਆ ਜਾਊਗਾ? ਖਿਡਾਰੀ ਦਾ ਸਭ ਤੋਂ ਪਹਿਲਾ ਸਟੈਪ ਪਿੰਡ ਦਾ ਖੇਡ ਗਰਾਊਂਡ ਆ। ਜੇ ਉਹਨੂੰ ਖੇਡ ਗਰਾਊਂਡ ਮਿਲੂ, ਉੱਥੇ ਪ੍ਰੈਕਟਿਸ ਕਰੂ, ਸਿਲੈਕਸ਼ਨ ਹੋਊ, ਫੇਰ ਹੀ ਤੁਹਾਡੇ ਸਟੇਡੀਅਮ ਦੇ ਵਿੱਚ ਜਾਊਗਾ। ਇਹ ਸਿਰਫ ਸੇਮ ਉਸ ਤਰ੍ਹਾਂ ਦੀ ਸਿਆਸਤ ਆ ਜਿਸ ਤਰ੍ਹਾਂ ਦੀ ਸਿਆਸਤ ਪਹਿਲਾਂ ਵਾਲੀਆਂ ਪਾਰਟੀਆਂ ਕਰਦੀਆਂ ਸੀ। ਪਹਿਲਾਂ ਵਾਲੀਆਂ ਸਿਆਸਤਾਂ ਜਿਹੜੀ ਸਰਕਾਰ ਆ ਇਹ ਵੀ ਕਰ ਰਹੀ ਹੈ। ਅਸੀਂ ਕਹਿੰਦੇ ਸਾਨੂੰ ਸਟੇਡੀਅਮਾਂ ਦੀ ਨਹੀਂ, ਸਾਨੂੰ ਘੱਟੋ ਘੱਟ ਤੁਸੀਂ ਖੇਡ ਗਰਾਊਂਡ ਹੀ ਵਧੀਆ ਕਰ ਲਓ। ਅਰਸ਼ਦੀਪ ਜਿਹੜਾ ਪੰਜਾਬ ਦਾ ਨੌਜਵਾਨ ਆ, ਖਰੜ ਦੇ ਗਰਾਊਂਡ 'ਚ ਹੀ ਜਾ ਕੇ ਪ੍ਰੈਕਟਿਸ ਕਰਦਾ ਸੀ, ਸਿੱਧਾ ਥੋੜੀ IPL ਖੇਡਣ ਲੱਗ ਗਿਆ ਜਾ ਕੇ। ਇਸ ਕਰਕੇ ਘੱਟੋ ਘੱਟ ਪਿੰਡ ਦਾ ਖੇਡ ਗਰਾਊਂਡ ਵਧੀਆ ਖਿਡਾਰੀਆਂ ਨੂੰ ਮਿਲਣਾ ਚਾਹੀਦਾ। ਇਹ ਅਸੀਂ ਡਿਮਾਂਡ ਅੱਜ ਉਠਾਈ ਹੈ ਕਿ ਪਿੰਡ ਪਿੰਡ ਖੇਡ ਗਰਾਊਂਡ, ਪਿੰਡ ਪਿੰਡ ਖੇਡ ਕੋਚ ਚਾਹੀਦਾ, ਖੁਰਾਕ ਚਾਹੀਦੀ ਆ, ਚੰਗਾ ਖਾਣ ਪੀਣ ਚਾਹੀਦਾ, ਕਿੱਟਾਂ ਚਾਹੀਦੀਆਂ। ਪੰਜਾਬ ਦੀ 85% ਕਿਸਾਨੀ 5 ਏਕੜ ਤੋਂ ਘੱਟ ਵਾਲੀ ਆ। ਠੀਕ ਆ, ਕਿਸਾਨੀ ਪਰਿਵਾਰ ਜਿਹੜੇ 1.5-2 ਕਿੱਲਿਆਂ ਵਾਲੇ ਆ, ਉਹਨਾਂ ਦੀ ਇੰਨੀ ਮਤਲਬ ਵੀ ਹੈ ਨਹੀਂ ਗੀ ਘਰ ਦੀ ਹਾਲਤ ਕਿ ਆਪਦੇ ਬੱਚੇ ਨੂੰ ਚੰਗੀ ਖੁਰਾਕ ਦੇ ਕੇ ਖਿਡਾਰੀ ਬਣਾ ਸਕਣ। ਜਿਹੜੇ ਮਜ਼ਦੂਰ ਪਰਿਵਾਰ ਆ ਉਹ ਤਾਂ ਵਿਚਾਰੇ ਖਾਂਦੇ ਹੀ ਸੁੱਕੀਆਂ, ਰੋਜ਼ ਕਰਕੇ ਖਾਣੀਆਂ, ਰੋਜ਼ 10 ਦਾ ਘਿਓ, 10 ਦਾ ਤੇਲ, 20 ਦਾ ਦੁੱਧ ਲਿਆਉਣਾ ਪੈਂਦਾ। ਉਹ ਕਿਵੇਂ ਆਪਦੇ ਘਰ 'ਚ ਜੰਮੇ ਹੋਏ ਬੱਚੇ ਨੂੰ ਖਿਡਾਰੀ ਬਣਾ ਲੈਣਗੇ? ਸਾਡੇ ਅੱਖੀ ਦੇਖੀਆਂ ਕੁਝ ਗੱਲਾਂ, ਖਾਸ ਕਰਕੇ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਕਬੱਡੀ ਖਿਡਾਰੀ ਆ, ਮਤਲਬ 7-7 ਫੁੱਟ ਦੇ 6-6 ਫੁੱਟ ਦੇ ਨੌਜਵਾਨ ਆ ਤੇ ਵਿਚਾਰੇ ਦਿਹਾੜੀਆਂ ਕਰ ਰਹੇ ਆ, ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ। ਜਿਹੜੇ ਹੀਰੇ ਆ ਉਹ ਤਾਂ ਰੁਲ ਰਹੇ ਆ, ਪਿੰਡਾਂ ਦੇ ਮੈਦਾਨਾਂ ਤੋਂ ਬਾਹਰ ਜਿਹੜੇ ਹੀਰੇ ਆ ਉਹ ਰੁਲ ਰਹੇ ਆ। ਸਰਕਾਰ ਦਾ ਇਹਨਾਂ ਨੂੰ ਸਾਂਭਣ ਦਾ ਕੋਈ ਸਿਸਟਮ ਨਹੀਂਗਾ। ਇਸ ਕਰਕੇ ਅਸੀਂ ਡਿਮਾਂਡ ਕੀਤੀ ਕਿ ਖੇਡ ਗਰਾਊਂਡ ਮਿਲਣ, ਕੋਚ ਮਿਲਣ, ਖੁਰਾਕ ਮਿਲੇ ਤੇ ਖੇਡ ਕਿੱਟਾਂ ਖਿਡਾਰੀਆਂ ਨੂੰ ਦਿੱਤੀਆਂ ਜਾਣ ਤੇ ਆਲ ਓਵਰ ਜਿਹੜਾ ਖੇਡ ਢਾਂਚੇ ਦੇ ਵਿੱਚ ਇਹ ਸਿਸਟਮ ਚੱਲ ਰਿਹਾ, ਜਿਹੜੀ ਸਿਆਸਤ ਆ, ਗੈਂਗਸਟਰਾਂ ਦੀ ਦਖਲਅੰਦਾਜ਼ੀ ਹੈਗੀ ਆ, ਇਹ ਬਿਲਕੁਲ ਬੰਦ ਹੋਣੀ ਚਾਹੀਦੀ ਆ। ਕੋਈ ਗੈਂਗਸਟਰ ਜਿਹੜਾ ਮਤਲਬ ਵੀ ਉਹਦਾ ਕੋਈ ਲੈਣਾ ਦੇਣਾ ਖੇਡ ਨਾਲ ਨਹੀਂ ਹੋਣਾ ਚਾਹੀਦਾਗਾ, ਜਿਹੜਾ ਫੋਨ ਕਰ ਦਿੰਦਾ ਖਿਡਾਰੀ ਨੂੰ ਵੀ ਆਹ ਮੈਚ ਖੇਡਣਾ, ਆਹ ਮੈਚ ਨਹੀਂ ਖੇਡਣਾਗਾ। ਸਾਨੂੰ ਇੱਕ ਕਬੱਡੀ ਰੈਫਰੀ ਨੇ ਗੱਲ ਬਹੁਤ ਕੌੜੀ ਸੱਚਾਈ ਦੱਸੀ ਆ। ਉਹਨਾਂ ਨੇ ਦੱਸਿਆ ਕਿ ਜੋ ਕਬੱਡੀ ਦਾ ਪਿਛਲੇ ਦਿਨਾਂ 'ਚ ਹਾਲ ਹੋਇਆ, ਸੰਦੀਪ ਨੰਗਲ ਲੰਬੀਆਂ ਦੇ ਕਤਲ ਤੋਂ ਬਾਅਦ ਖਾਸ ਕਰਕੇ ਜਿਹੜੇ ਪਲੇਅਰ ਕੁਝ ਬਾਹਰ ਖੇਡਣ ਗਏ ਸੀਗੇ ਉਹ ਪੰਜਾਬ ਮੁੜੇ ਹੀ ਨਹੀਂ ਗਏ। ਉਹ ਬਾਹਰ ਸੈਟਲ ਹੋਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਤਾਂ ਖੇਡ ਮੈਦਾਨ 'ਚ ਖੇਡ ਰਹੇ ਹੋਵਾਂਗੇ, ਪਤਾ ਨਹੀਂ ਗੋਲੀ ਕਿਹੜੇ ਪਾਸੋਂ ਆ ਜਾਣੀ ਆ। ਸਿਰਫ ਇਸ ਡਰ ਕਰਕੇ ਕਬੱਡੀ ਖਿਡਾਰੀ ਪੰਜਾਬ ਛੱਡਦੇ ਜਾ ਰਹੇ ਆ। ਤੇ ਤੁਸੀਂ ਕਿਹੜੀਆਂ ਖੇਡਾਂ ਵਤਨ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ? ਜੇ ਤੁਸੀਂ ਸੰਦੀਪ ਨੰਗਲ ਲੰਬੀਆਂ ਦੇ ਕਾਤਲਾਂ ਨੂੰ ਸਮੇਂ ਤੇ ਫੜੋਗੇ, ਸਮੇਂ ਤੇ ਉਹਨਾਂ ਨੂੰ ਸਜ਼ਾ ਦਿਓਗੇ, ਫਾਂਸੀ ਦੀ ਸਜ਼ਾ ਦਿਓਗੇ, ਆਏ ਨਹੀਂ ਕਿ ਜਲੰਧਰ ਦੀਆਂ ਚੋਣਾਂ ਨੇੜੇ ਆ ਗਈਆਂ ਤੇ ਹੁਣ ਤੁਸੀਂ ਸੁਰਜਨ ਚੱਠੇ ਨੂੰ ਫੜ ਲਓ। ਜਿਹੜੇ ਉਹਦੇ ਪਿੱਛੇ ਬੈਠੇ ਆ, ਪੂਰਾ ਗੈਂਗ ਬੈਠਾ, ਉਹਨਾਂ ਨੂੰ ਫੜੋ। ਸਨਾਵਰ ਢਿੱਲੋਂ ਦੀਆਂ ਫੋਟੋਆਂ ਮਜੀਠੀਏ ਦੇ ਨਾਲ ਆਈਆਂ, ਜਿਹੜੇ ਮਜੀਠੀਏ ਬਾਰੇ ਤੁਸੀਂ ਕਹਿੰਦੇ ਸੀਗੇ ਕਿ ਚਿੱਟਾ ਵੇਚਣ ਵਾਲਾ ਮਜੀਠੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਊਗਾ ਤੇ ਚੋਣਾਂ ਜਿੱਤਣ ਤੋਂ ਬਾਅਦ ਕੇਜਰੀਵਾਲ ਸਾਹਿਬ ਮਾਫੀ ਮੰਗ ਚੁੱਕੇ ਆ ਮਜੀਠੀਏ ਤੋਂ। ਉਸ ਮਜੀਠੀਏ ਦੇ ਨਾਲ ਸੰਦੀਪ ਨੰਗਲ ਲੰਬੀਆਂ ਦੇ ਕਾਤਲ ਸਨਾਵਰ ਢਿੱਲੋਂ ਦੀਆਂ ਫੋਟੋਆਂ ਆ ਚੁੱਕੀਆਂ।
ਪਰ ਉਹ ਇਹਨਾਂ ਦੀ ਗਿਰਫਤ ਦੇ ਵਿੱਚੋਂ ਬਾਹਰ ਆ, ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀਗੀ। ਇਸ ਕਰਕੇ ਖੇਡਾਂ ਦਾ ਭਵਿੱਖ ਜਿਹੜਾ ਉਹ ਮਤਲਬ ਵੀ ਕਾਲਾ ਧੁੰਦਲਾ, ਖੇਡਾਂ ਨੂੰ ਬਚਾਉਣ ਵਾਸਤੇ, ਖਿਡਾਰੀਆਂ ਨੂੰ ਬਚਾਉਣ ਵਾਸਤੇ ਅੱਜ ਦਾ ਅਸੀਂ ਇਹ ਰੋਸ ਮੁਜ਼ਾਹਰਾ ਜਿਹੜਾ ਕੀਤਾ ਹੈਗਾ। ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਇਹ ਕੰਪੇਨ ਜਿਹੜੀ ਆ ਸ਼ੁਰੂ ਕੀਤੀ ਆ। ਇਹ ਸ਼ੁਰੂਆਤ ਆ, ਅੰਤ ਨਹੀਂ ਹੈਗਾ। ਇਦੋਂ ਬਾਅਦ ਵੀ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਮੁਹਿੰਮ ਨੂੰ ਅੱਗੇ ਵਧਾਵਾਂਗੇ ਤੇ ਆਉਣ ਵਾਲੀ 29 ਮਈ ਨੂੰ ਨੌਜਵਾਨ ਭਾਰਤ ਸਭਾ ਮੋਗੇ ਦੇ ਪੰਜਾਬ ਦੇ ਘੱਟੋ ਘੱਟ 5-7 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪੱਧਰੀ ਜਿਹੜੇ ਰੋਸ ਮੁਜ਼ਾਹਰੇ ਆ ਉਹ ਕਰਨ ਜਾ ਰਹੀ ਆ। ਅੱਛਾ, ਇੱਕ ਗੱਲ ਦੱਸਿਓ, ਜਦੋਂ ਓਲੰਪਿਕ ਆਉਂਦੇ ਆ ਜਾਂ ਵੱਡੀਆਂ ਜਿਹੜੀਆਂ ਓਲੰਪਿਕ ਗੇਮਾਂ ਆਉਂਦੀਆਂ, ਉਦੋਂ ਭਾਰਤ ਕੋਲੇ 91-94 ਮੈਡਲ ਹੁੰਦੇ ਆ, ਹਾਂਜੀ, ਬਹੁਤ ਘੱਟ। ਇਹਦਾ ਕੀ ਕਾਰਨ ਮੰਨਦੇ ਹੋ ਤੁਸੀਂ? ਉਹਨਾਂ ਜੇ ਇੱਕ ਅੱਧਾ ਕੋਈ ਸੋਨੇ ਦਾ ਤਗਮਾ ਜਿੱਤ ਲੈਂਦਾ ਤਾਂ ਬੜੀਆਂ ਸਾਰੇ ਪਾਸੇ ਫਿਰ ਟੀਵੀਆਂ ਤੇ ਵੀ ਚੱਲਦਾ। ਹਾਲਾਂਕਿ ਜਿਹੜੇ ਦੂਜੇ ਦੇਸ਼ ਹੈ, ਕੋਈ 50 ਸੋਨੇ ਤਗਮੇ ਜਿੱਤੀ ਬੈਠਾ ਹੁੰਦਾ, ਕੋਈ 35 ਜਿੱਤੀ ਬੈਠਾ ਹੁੰਦਾ, ਕਈਆਂ ਤਾਂ ਇੱਕ ਪਲੇਅਰ ਹੀ 4-4 5-5 ਤਗਮੇ ਲੈ ਜਾਂਦੇ ਆ। ਕੀ ਕਾਰਨ ਹੈ ਫਿਰ ਸਾਡੇ ਕੋਲੇ? ਯਾਨੀ ਕਿ ਆਹੀ ਕਾਰਨ ਹੈ ਵੀ ਬਸ ਜਿਹੜਾ ਕੁਝ ਵਾਪਰਦਾ। ਇੱਕ ਤਾਂ ਇਹ ਕਾਰਨ ਜਿਹੜਾ ਮੈਂ ਤੁਹਾਡੇ ਸਾਹਮਣੇ ਸਾਰਾ ਖੋਲ ਕੇ ਰੱਖਿਆ। ਬ੍ਰਿਜ ਭੂਸ਼ਣ ਸਟੇਜ ਤੇ ਖੜਾ ਭਲਵਾਨ ਦੇ ਥੱਪੜ ਮਾਰੀ ਜਾਂਦਾ ਤੇ ਕਿੱਥੋਂ ਤੁਸੀਂ ਮੈਡਲ ਦੀ ਆਸ ਕਰ ਲਓਗੇ? ਜਿੱਥੇ ਖਿਡਾਰੀਆਂ ਦੀ ਇੰਨੀ ਕੁ ਬੁੱਕਤ ਆ ਤੇ ਜਿੱਥੇ ਪਹਿਲਵਾਨ ਖਿਡਾਰੀਆਂ ਨੂੰ ਇਹ ਕਿਹਾ ਜਾਂਦਾ ਵੀ ਆਹ ਰਾਤ ਤੂੰ ਮੇਰੇ ਕਮਰੇ 'ਚ ਬਿਤਾਉਣੀ ਆ, ਜਿਹੜਾ WFI ਦਾ ਪ੍ਰਧਾਨ ਇਹ ਗੱਲ ਕਹਿ ਰਿਹਾ, ਤੇ ਲੜਕੀਆਂ ਨੂੰ ਕਮਰੇ ਦਾ ਦਰਵਾਜ਼ਾ ਨਹੀਂ ਲਾਉਣ ਦਿੰਦਾ ਸੀ, ਬਿਲਕੁਲ ਬਰਾਬਰ ਤੇ ਉਹ ਆਪਣਾ ਕਮਰਾ ਲੈਂਦਾ ਸੀਗਾ ਜਦੋਂ ਬਾਹਰ ਕੁਸ਼ਤੀ ਦੇ ਪਹਿਲਵਾਨ ਲੜਕੀਆਂ ਖੇਡਣ ਜਾਂਦੀਆਂ ਸੀਗੀਆਂ। ਜਿੱਥੇ ਖਿਡਾਰੀ ਇੰਨੇ ਸਹਿਮ 'ਚ ਆ ਤੇ ਖਿਡਾਰੀ ਨੂੰ ਤਾਂ ਸੀਰੀ ਬਣਾਇਆ ਹੋਇਆ ਇਹਨਾਂ ਸਿਆਸਤਦਾਨਾਂ, ਤੇ ਉੱਥੋਂ ਤੁਸੀਂ ਕਿੱਥੋਂ ਆਸ ਕਰ ਲਓ ਕਿ ਚੰਗੇ ਮੈਡਲ ਇਸ ਹਿੰਦੁਸਤਾਨ ਵਾਸਤੇ ਆ ਜਾਣਗੇ? ਦੂਸਰਾ ਇਹ ਆ ਕਿ ਚੰਗੀ ਖੁਰਾਕ ਨਾ ਹੋਣਾ, ਚੰਗਾ ਢਾਂਚਾ ਨਾ ਹੋਣਾ, ਇਸ ਕਰਕੇ ਮੈਡਲ ਨਹੀਂ ਆ ਰਹੇਗੇ। ਇੱਥੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਚੰਗੀ ਖੁਰਾਕ ਨਹੀਂ ਮਿਲਦੀ। ਪੂਰਾ ਹਿੰਦੁਸਤਾਨ ਜਿਹੜਾ ਪੂਰੀ ਆਬਾਦੀ ਹੈ ਹਿੰਦੁਸਤਾਨ ਦੀ, ਉਹਦੀ ਖੁਰਾਕ ਹੀ ਮਾੜੀ ਹੈ। ਜਿਹੜੇ ਵੀ ਦੇਸ਼ ਦੇ ਲੋਕਾਂ ਦੀ ਖੁਰਾਕ ਚੰਗੀ, ਉੱਥੇ ਖਿਡਾਰੀ ਵੀ ਚੰਗੇ ਪੈਦਾ ਹੁੰਦੇ ਆ। ਸਾਡੇ ਦੇਸ਼ ਦੀ ਖੁਰਾਕ ਹੀ ਮਾੜੀ ਹੈ। ਪਹਿਲੀ ਗੱਲ ਤਾਂ ਸਾਡੇ ਇੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕਰਕੇ ਕਿ ਫਲਾਨੀ ਚੀਜ਼ ਖਾਣੀ ਹੈ, ਫਲਾਨੀ ਚੀਜ਼ ਨਹੀਂ ਖਾਣੀ। ਹੁਣ ਐਥਲੀਟ ਚੰਗਾ ਬਣਨ ਵਾਸਤੇ ਬੀਫ ਖਾਣਾ ਪੈਂਦਾ। ਬਾਹਰਲੇ ਖਿਡਾਰੀ ਖਾਂਦੇ ਆ, ਯੂਰਪ 'ਚ ਰਹਿਣ ਵਾਲੇ, ਪੰਜਾਬ 'ਚ ਗਏ ਜਿਹੜੇ ਬਾਹਰ ਆ ਉੱਥੇ ਵੀ ਖਾਂਦੇ ਆ, ਪਰ ਇੱਥੇ ਨਹੀਂ ਖਾਣ ਦਿੰਦੇਗੇ। ਤੇ ਕਿੱਥੋਂ ਤੁਸੀਂ ਆਸ ਕਰ ਲਓਗੇ ਚੰਗੇ ਐਥਲੀਟ ਬਣ ਜਾਣਗੇ? ਖੁਰਾਕ ਨੂੰ ਰੋਕਣ ਵਾਸਤੇ ਤੁਸੀਂ ਤਰ੍ਹਾਂ ਦੇ ਕਰਮ ਕਾਂਡਾਂ 'ਚ ਫਸ ਕੇ ਉਹਨਾਂ ਦੀ ਖੁਰਾਕ 'ਤੇ ਬੈਨ ਲਾਇਆ ਹੋਇਆ। ਖੁਰਾਕ ਨਹੀਂ ਖਾ ਪਾਉਂਦੇਗੇ। ਪੂਰੇ ਹਿੰਦੁਸਤਾਨ ਦੇ ਵਿੱਚ ਕਰੋੜਾਂ ਲੋਕ ਕੁਪੋਸ਼ਣ ਦਾ ਸ਼ਿਕਾਰ ਆ। ਕਰੋੜਾਂ ਲੋਕ ਆ ਜਿਨ੍ਹਾਂ ਨੂੰ ਚੰਗਾ ਸਾਫ਼ ਪਾਣੀ ਨਹੀਂ ਪੀਣ ਵਾਸਤੇ ਮਿਲਦਾ ਗਾ। ਕਰੋੜਾਂ ਲੋਕ ਆ ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਸਹੀ ਨਹੀਂ ਚੱਲਦਾ, ਖੁਰਾਕ ਨਹੀਂ ਖਾ ਪਾਉਂਦੇਗੇ। ਇਸ ਕਰਕੇ ਖਿਡਾਰੀ ਜਿਹੜੇ ਆ ਉਹ ਨਹੀਂ ਪੈਦਾ ਹੁੰਦੇ, ਚੰਗੇ ਮੈਡਲ ਇਸ ਹਿੰਦੁਸਤਾਨ ਦੇ ਕੋਲੇ ਨਹੀਂ ਆਉਂਦੇਗੇ। ਇਸ ਕਰਕੇ ਉਹਨਾਂ ਸਮਾਂ ਆਸ ਨਹੀਂ ਕੀਤੀ ਜਾ ਸਕਦੀ ਕਿ ਮੈਡਲ ਆਉਣਗੇ, ਜਿੰਨਾ ਸਮਾਂ ਸਿਸਟਮ ਇਹ ਰਹੂਗਾ, ਜਿੰਨਾ ਸਮਾਂ ਬ੍ਰਿਜ ਭੂਸ਼ਣ ਵਰਗੇ WFI ਦੇ ਪ੍ਰਧਾਨ ਬਣ ਕੇ ਰਹਿਣਗੇ, ਉਹਨਾਂ ਸਮਾਂ ਤਾਂ ਘੱਟੋ ਘੱਟ ਇਹ ਆਸ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀਗੀ। ਜੇ ਸਰਕਾਰ ਖੇਡਾਂ ਵੱਲ ਕੋਈ ਧਿਆਨ ਦੇਊਗੀ, ਠੀਕ ਆ। ਇਸ ਟਾਈਮ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਆ ਜਿਹੜੀ, ਸਿਕੰਦਰ ਸਿੰਘ ਮਲੂਕਾ ਉਹਦਾ ਚੀਫ ਆ। ਅਕਾਲੀਆਂ ਦੀ ਸਰਕਾਰ ਚਲੀ ਗਈ, ਉਹਨਾਂ ਨੇ ਬਣਾਈ ਸੀ ਐਸੋਸੀਏਸ਼ਨ, ਤੇ ਜਿਹੜੀ ਮਾਨਤਾ ਪ੍ਰਾਪਤ ਕਬੱਡੀ ਹੈਗੀ ਆ ਉਹਦਾ ਉਹ ਪ੍ਰਧਾਨ ਬਣਿਆ ਹੋਇਆ। ਤੇ ਜਿੰਨਾ ਸਮਾਂ ਸਿਆਸਤਦਾਨਾਂ ਨੂੰ ਤੁਸੀਂ ਪ੍ਰਧਾਨ ਲਾ ਕੇ ਰੱਖੋਗੇ, ਉਹਨਾਂ ਸਮਾਂ ਆਸ ਨਹੀਂ ਕੀਤੀ ਜਾ ਸਕਦੀ ਕਿ ਖਿਡਾਰੀ ਚੰਗੇ ਮੈਡਲ ਲੈ ਆਉਣਗੇ, ਚੰਗਾ ਖੇਡ ਕੇ ਉਹ ਅੱਗੇ ਚਲੇ ਜਾਣਗੇ। ਇਸ ਕਰਕੇ ਇਹਨਾਂ ਨੂੰ ਲਾਂਭੇ ਕਰਨਾ ਪਊਗਾ। ਖੇਡ ਕੱਲੀ ਖਿਡਾਰੀਆਂ ਵਾਸਤੇ ਛੱਡੋ, ਫਿਰ ਤੁਸੀਂ ਖੇਡਾਂ ਦਾ ਭਵਿੱਖ ਦੇਖਿਓ। ਇੱਕ ਆਖਰੀ ਸਵਾਲ ਮੈਂ ਇਹ ਲਊਂਗਾ ਵੀ ਜਿਵੇਂ ਤੁਸੀਂ ਕਿਹਾ ਵੀ ਖੇਡ ਗਰਾਊਂਡ ਪਿੰਡਾਂ ਦੇ ਵਿੱਚ ਲਗਭਗ ਪੰਜਾਬ ਦੇ ਪਿੰਡਾਂ ਦੇ ਜਿਹੜੇ ਖੇਡ ਗਰਾਊਂਡ ਆ ਉਹਨਾਂ ਦਾ ਬੁਰਾ ਹਾਲ ਹੈ। ਕੋਚ ਤਾਂ ਛੱਡੋ ਗੱਲ, ਉਹਨਾਂ ਦੇ ਵਿੱਚ ਜਿਹੜਾ ਪੂਰਾ ਪ੍ਰਬੰਧ ਹੈ, ਜਿਹੜਾ ਭੱਜਣ ਲਈ ਟਰੈਕ ਆ ਉਹ ਵੀ ਨਹੀਂ ਸਹੀ ਆ, ਉਹ ਵੀ ਮਤਲਬ ਕਿਸੇ ਦੇ ਵਿੱਚ ਰੋੜੇ ਪਏ ਆ, ਕਿਸੇ 'ਚ ਕੁਛ ਹੈ। ਜੇ ਇੱਕ ਪਾਸੇ ਸਰਕਾਰ ਕੋਲੇ ਮੁੱਦਾ ਹੁੰਦਾ ਨਸ਼ਾ, ਵੀ ਜੇ ਸਰਕਾਰ ਕਹਿੰਦੀ ਅਸੀਂ ਨਸ਼ੇ ਪ੍ਰਤੀ ਸਹਿਰਦ ਹੈ ਵੀ ਇਹਨੂੰ ਬੰਦ ਕਰਨ ਦੇ, ਤਾਂ ਕਿਤੇ ਨਾ ਕਿਤੇ ਉਹਦੇ ਲਈ ਤਾਂ ਫਿਰ ਕੋਈ ਵਿਕਲਪ ਵੀ ਦੇਣਾ ਪਊ, ਕੋਈ ਖੇਡਾਂ ਵਾਲੇ ਪਾਸੇ ਵੀ ਤਾਂ ਨੌਜਵਾਨਾਂ ਨੂੰ ਲੈ ਕੇ ਆਉਣਾ ਪਊ। ਕੀ ਲੱਗਦਾ ਕਿ ਜਿਹੜੀਆਂ ਗੱਲਾਂ ਕਰਦੇ ਆ, ਜਿਵੇਂ ਭਗਵੰਤ ਸਿੰਘ ਮਾਨ ਵੀ ਗੱਲਾਂ ਕਰਦੇ ਆ, ਸਹਿਰਦ ਹੈ ਚੀਜ਼ਾਂ ਪ੍ਰਤੀ ਵੀ ਨਸ਼ੇ ਪ੍ਰਤੀ, ਕਿਉਂਕਿ ਨਸ਼ਾ ਤਾਂ ਕਿਸੇ ਨਾ ਕਿਸੇ ਪਾਸੇ ਨੌਜਵਾਨਾਂ ਨੂੰ ਲਾ ਕੇ ਖੇਡਾਂ ਵਾਲੇ ਪਾਸੇ ਵੀ ਤਾਂ ਲੱਗਣਗੇ, ਕੋਈ ਲਾਲਚ ਹੋਊਗਾ ਅੱਗੇ ਜਾ ਕੇ ਵੀ ਹਾਂ ਯਾਰ ਅਸੀਂ ਅੱਗੇ ਵੱਧ ਸਕਾਂਗੇ, ਕਿ ਸਾਨੂੰ ਤਰੱਕੀ ਮਿਲੂਗੀ, ਸਾਨੂੰ ਨੌਕਰੀਆਂ ਮਿਲਣਗੀਆਂ। ਚੀਜ਼ ਲੱਗਦਾ ਕੋਈ ਸਰਕਾਰੀ ਚੀਜ਼ ਪ੍ਰਤੀ ਸਹਿਰਦ ਹੈ? ਅਸੀਂ ਨਾ ਪਿਛਲੇ 20 ਦਿਨਾਂ 'ਚ ਇੱਕ ਚੀਜ਼ ਪਾਈ ਆ ਕਿ ਹਰ ਇੱਕ ਖੇਡ ਗਰਾਊਂਡ 'ਚ ਸ਼ਾਮ ਨੂੰ ਮਿਲਣ ਵਾਲਾ ਜਿਹੜਾ ਨੌਜਵਾਨ ਆ, ਜਿਹੜਾ ਹਾਕੀ ਖੇਡੀ ਜਾਂਦਾ, ਉਹ ਹਾਕੀ ਦਾ ਪਲੇਅਰ ਨਹੀਂ ਹੈਗਾ। ਇਹ ਪੱਕਾ ਨਹੀਂ ਵੀ ਹਾਕੀ ਦਾ ਪਲੇਅਰ ਹੋਊ, ਪੱਕਾ ਨਹੀਂ ਫੁੱਟਬਾਲ ਜਿਹੜਾ ਖੇਡੀ ਆ ਤਾਂ ਫੁੱਟਬਾਲ ਦਾ ਪਲੇਅਰ ਹੋਊਗਾ। ਉਹ ਸਿਰਫ ਬਹੁਤ ਸਾਰੇ ਸ਼ਾਮ ਨੂੰ ਇੰਜੋਇਮੈਂਟ ਵਾਸਤੇ ਆ ਕੇ ਖੇਡਦੇ ਆ। ਬਹੁਤ ਘੱਟ ਆ ਜਿਹੜੇ ਹਾਕੀ ਨੂੰ, ਫੁੱਟਬਾਲ ਨੂੰ, ਕ੍ਰਿਕਟ ਨੂੰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾ ਰਹੇ ਆ। ਇੱਕ ਤਾਂ ਉਹਨਾਂ ਨੂੰ ਨੌਲੇਜ ਨਹੀਂ ਹੈਗੀ, ਉਹਨਾਂ ਨੂੰ ਜਾਣਕਾਰੀ ਨਹੀਂ, ਸਰਕਾਰ ਪ੍ਰਚਾਰ ਨਹੀਂ ਕਰ ਰਹੀਗੀ ਕਿ ਖੇਡ ਕੋਟੇ 'ਚ ਨੌਕਰੀਆਂ ਮਿਲਣਗੀਆਂ, ਤੁਸੀਂ ਖੇਡੋ, ਸਰਕਾਰ ਤੁਹਾਡਾ ਇੱਕ ਖਿਡਾਰੀ ਦੇ ਤੌਰ ਤੇ ਮਾਣ ਸਤਿਕਾਰ ਕਰੂਗੀ, ਤੁਹਾਨੂੰ ਅੱਗੇ ਲੈ ਕੇ ਜਾਊਗੀ। ਉਹਨਾਂ ਨੂੰ ਇਹ ਲੱਗਦਾ ਵੀ ਯਾਰ ਪੜ੍ਹਾਈ ਛੱਡ ਕੇ ਖੇਡਣਾ ਪਊ, ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ, ਘਰ ਦੀ ਦੇਖਭਾਲ ਕੌਣ ਕਰੂਗਾ। ਖਿਡਾਰੀ ਨੂੰ ਇੰਨੀ ਸਮਝ ਹੀ ਨਹੀਂ ਹਜੇ ਤੱਕ ਆ ਪਾਈ, ਨਾ ਸਰਕਾਰ ਸਮਝਾ ਪਾਈ ਹੈ ਕਿ ਖੇਡ ਵੀ ਆਪਦੇ ਆਪ 'ਚ ਇੱਕ ਜਿਹੜਾ ਪ੍ਰੋਫੈਸ਼ਨ ਆ,
ਖੇਡ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਖਾੜੇ ਲਵਾਏ, ਕੁਸ਼ਤੀ ਅਖਾੜੇ ਲਵਾਏ, ਛਿੰਝਾਂ ਕਰਾਉਂਦੇ ਹੁੰਦੇ ਸੀ, ਮੇਲੇ ਕਰਵਾਉਂਦੇ ਹੁੰਦੇ ਸੀਗੇ। ਉਹ ਇਹਦਾ ਕੋਈ ਮਤਲਬ ਬਣਦਾ ਨਾ। ਖੇਡ ਸਾਡੀ ਸਰੀਰਕ ਗਤੀਵਿਧੀ ਦਾ ਇੱਕ ਅਹਿਮ ਅੰਗ ਆ। ਛੋਟੇ ਹੁੰਦੇ ਤੋਂ ਬੱਚਾ ਖੇਡਣਾ ਸ਼ੁਰੂ ਕਰ ਦਿੰਦਾ। ਅੱਜ ਕਹਿੰਦਾ ਹਰ ਇੱਕ ਬੰਦਾ ਖਿਡਾਰੀ ਆ, ਦਿਹਾੜੀ ਕਰਨ ਵਾਲਾ ਬੰਦਾ ਖਿਡਾਰੀ ਆ, ਨੌਕਰੀ ਕਰਨ ਵਾਲਾ, ਕੁਰਸੀ ਤੇ ਬੈਠਣ ਵਾਲਾ ਖਿਡਾਰੀ, ਜਿਹਨੇ ਕਲਮ ਚਲਾਉਣੀ ਆ ਉਹ ਵੀ ਪ੍ਰੈਕਟਿਸ ਕਰ ਰਿਹਾ, ਜਿਹੜਾ ਦਿਹਾੜੀ ਕਰ ਰਿਹਾ ਉਹ ਵੀ ਪ੍ਰੈਕਟਿਸ ਕਰ ਰਿਹਾ। ਖੇਡ ਨੂੰ ਆਪਦੀ ਜ਼ਿੰਦਗੀ ਨਾਲੋਂ ਨਹੀਂ ਤੋੜ ਕੇ ਦੇਖਣਾ ਚਾਹੀਦਾ ਗਾ। ਇੱਕ ਤਾਂ ਇਹ ਜਿਹੜੀ ਸਮਝ ਦੀ ਘਾਟ ਅਤੇ ਸਰਕਾਰ ਪ੍ਰਚਾਰ ਘੱਟ ਕਰ ਰਹੀ ਆ। ਦੂਸਰਾ ਇਹ ਆ ਕਿ ਤੁਹਾਡੀ ਗੱਲ ਬਿਲਕੁਲ ਠੀਕ ਆ। ਅਸੀਂ ਵੀ ਕਹਿੰਦੇ ਆ ਕਿ ਜੇ ਸਵੇਰ ਨੂੰ 9 ਵਜੇ ਬੰਦਾ ਰੋਟੀ ਵਾਲਾ ਟਿਫਨ ਬੰਨੇ ਆਪਦਾ, ਤੇ ਉਹਨੂੰ ਪੱਕਾ ਨੌਕਰੀ ਮਿਲੀ ਹੋਵੇ, ਤੇ ਉਹਨੂੰ ਪੱਕਾ ਹੋਵੇ ਕਿ ਮਹੀਨੇ ਬਾਅਦ 35-40 ਹਜ਼ਾਰ ਰੁਪਈਆ ਮੇਰੇ ਘਰੇ ਡਿੱਗਣਾ। 9 ਵਜੇ ਉਹ ਖੇਡਣ ਜਾਊਗਾ, ਕੰਮ ਤੇ ਜਾਊਗਾ, ਸ਼ਾਮ ਨੂੰ 6 ਵਜੇ ਵਾਪਸ ਆਊਗਾ, ਤੇ ਸਾਰੇ ਦਿਨ ਦਾ ਟੁੱਟਿਆ ਹੋਇਆ ਰੋਟੀ ਪਾਣੀ ਖਾ ਕੇ ਉਹ ਸੌਣ ਦੀ ਕਰੂਗਾ। ਉਹਦਾ ਧਿਆਨ ਹੀ ਨਹੀਂ ਜਾਣਾ ਨਸ਼ੇ ਵਾਲੇ ਪਾਸੇ, ਉਹਦਾ ਚਿੱਟੇ ਵਾਲੇ ਪਾਸੇ ਧਿਆਨ ਹੀ ਨਹੀਂ ਜਾਣਾ, ਗੈਂਗ ਵਾਲੇ ਪਾਸੇ ਉਹਦਾ ਧਿਆਨ ਹੀ ਨਹੀਂ ਜਾਣਾ, ਉਹਦੇ ਕੋਲ ਟਾਈਮ ਹੀ ਨਹੀਂ ਹੋਣਾਗਾ, ਉਹਦੇ ਕੋਲ ਵੇਲ ਹੀ ਨਹੀਂ ਹੋਣੀਗੀ। ਇਸੇ ਤਰ੍ਹਾਂ ਜੇ ਖੇਡ ਗਰਾਊਂਡ ਹੋਣਗੇ, ਚੰਗੇ ਖੇਡ ਗਰਾਊਂਡ ਹੋਣਗੇ, ਇੱਕ ਨੌਜਵਾਨ 2 ਦਿਨ 3 ਦਿਨ ਹਫਤਾ ਲੰਘ ਜੂ ਖੇਡ ਮੈਦਾਨ ਦੇ ਅੱਗੋਂ ਦੀ, ਪਰ ਹਫਤੇ ਬਾਅਦ 8ਵੇਂ ਦਿਨ ਉਹਦਾ ਜੀ ਕਰੂਗਾ ਕਿ ਮੇਰੇ ਨਾਲ ਦੇ ਖੇਡ ਰਿਹਾ, ਮੈਂ ਵੀ ਉੱਥੇ ਖੇਡਣ ਵਾਸਤੇ ਜਾਵਾਂ। ਹੁਣ ਹਾਲਤ ਇਹ ਆ, ਜਿਹੜੇ ਖੇਡ ਸਟੇਡੀਅਮ ਮਾੜੇ ਮੋਟੇ ਪਿੰਡਾਂ ਦੇ, ਉੱਥੇ ਚਿੱਟਾ ਲਾਈ ਜਾਂਦੇ ਬੈਠੇ ਮੁੰਡੇ, ਠੀਕ ਆ, ਉਹ ਨਸ਼ੇੜੀਆਂ ਦੇ ਅੱਡੇ ਬਣੇ ਹੋਏ ਆ, ਗਰਿੱਲਾਂ ਲਾ ਕੇ ਲਈ ਜਾਂਦੇ ਲੋਹੇ ਦੀਆਂ, ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਅਵਾਰਾ ਛੱਡਤਾ, ਸਿਰਫ ਨੀਂਹ ਪੱਥਰ ਰੱਖਣ ਵਾਸਤੇ, ਪੰਚਾਇਤੀ ਦੀਆਂ ਚੋਣਾਂ ਜਿੱਤਣ ਵਾਸਤੇ, MLA ਦੀਆਂ ਚੋਣਾਂ ਜਿੱਤਣ ਵਾਸਤੇ ਨੀਂਹ ਪੱਥਰ ਰੱਖਦਾ, ਉਹਦਾ ਉਦਘਾਟਨ ਕਰਤਾ, ਉਦੋਂ ਬਾਅਦ ਤੁਸੀਂ ਦੇਖਭਾਲ ਨਹੀਂ ਕਰਦੇ ਉਹਦੀ। ਉਸ ਤੋਂ ਬਾਅਦ ਉਹ ਅਵਾਰਾ ਪਸ਼ੂਆਂ ਦੇ ਅੱਡੇ ਬਣੇ ਹੋਏ ਆ, ਜਿਹਦੇ ਕਰਕੇ ਉਹਦੇ ਵੱਲ ਕੋਈ ਧਿਆਨ ਨਹੀਂ ਹੈਗਾ ਕਿਸੇ ਦਾ। ਇਹ ਗੱਲ ਬਿਲਕੁਲ ਠੀਕ ਆ ਕਿ ਜੇ ਖੇਡ ਢਾਂਚਾ ਠੀਕ ਹੋਊਗਾ, ਜੇ ਮੈਦਾਨ ਵਧੀਆ ਹੋਣਗੇ, ਤਾਂ ਹੀ ਪੰਜਾਬ ਦੀ ਜਵਾਨੀ ਉਸ ਪਾਸੇ ਨਹੀਂ ਜਾਊਗੀ। ਅਸੀਂ ਤਾਂ ਸਰਕਾਰ ਤੇ ਮੰਗ ਕਰਦੇ ਆ ਕਿ 3 ਚੀਜ਼ਾਂ ਤੁਸੀਂ ਮੇਨ ਕਰ ਦਿਓ। ਰੁਜ਼ਗਾਰ ਦੇ ਦਿਓ ਪੱਕਾ ਨੌਜਵਾਨਾਂ ਨੂੰ, ਖੇਡ ਗਰਾਊਂਡ ਪਿੰਡ ਖੋਲ ਦਿਓ, ਕੋਚ ਦੇ ਦਿਓ, ਤੇ ਤੀਜੇ ਨੰਬਰ ਤੇ ਪਿੰਡ ਦੇ ਵਿੱਚ ਲਾਇਬ੍ਰੇਰੀ ਖੋਲ ਦਿਓ। ਤੁਸੀਂ ਦਿਨਾਂ ਦੇ ਵਿੱਚ ਹੀ ਪੰਜਾਬ ਦੀ ਜਵਾਨੀ ਦੀ ਨੁਹਾਰ ਬਦਲੀ ਹੋਈ ਦੇਖੋਗੇ। ਨਾ ਲਾਇਬ੍ਰੇਰੀ ਆ, ਨਾ ਖੇਡ ਗਰਾਊਂਡ ਆ, ਤੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਉਹਨੇ ਫਿਰ ਕਿਸੇ ਨਾ ਕਿਸੇ ਪਾਸੇ ਨੂੰ ਜਾਣਾ। ਤੇ ਵਿਹਲੜਾਂ ਦਾ ਜਿਹੜਾ ਵੱਗ ਫਿਰਦਾ ਪਿੰਡਾਂ ਦੇ ਵਿੱਚ, ਇਹਨਾਂ ਨੂੰ, ਇਹਨਾਂ ਦੇ ਬਾਜ ਅੱਖ ਰੱਖਣ ਵਾਲੀਆਂ ਪੋਲੀਟੀਕਲ ਪਾਰਟੀਆਂ, ਉਹਨਾਂ ਨੇ ਗੈਂਗ ਬਣਾਏ ਹੋਏ ਆ। ਵਿਹਲੜਾਂ ਦੇ ਵੱਗ ਨੂੰ ਉਹ ਚੱਕਦੇ ਆ, ਪੈਸੇ ਦਿੰਦੇ ਆ, ਹਜ਼ਾਰ ਰੁਪਈਏ ਪਿੱਛੇ ਗਲਤ ਮਲਤ ਕੰਮ ਕਰਵਾਉਂਦੇ ਆ, ਬੂਥ ਕੈਪਚਰਿੰਗ ਕਰਾਉਂਦੇ ਆ, ਹੌਲੀ ਹੌਲੀ ਗੈਂਗਸਟਰ ਬਣਾਉਂਦੇ ਆ ਉਹਨਾਂ ਨੂੰ। ਉਹਨਾਂ ਦੇ ਰਾਹੀਂ ਨਸ਼ਾ ਵਿਕਾਉਂਦੇ ਆ, ਪਹਿਲਾਂ ਫਰੀ ਦਿੰਦੇ ਆ ਲਾਉਣ ਨੂੰ, ਜਦੋਂ ਬੰਦਾ ਚਾਟ ਤੇ ਲੱਗ ਜਾਂਦਾ, ਚਿੱਟੇ ਤੋਂ ਛੁਟਕਾਰਾ ਨਹੀਂ ਪਾਉਣਾ ਔਖਾ ਹੋ ਜਾਂਦਾ, ਫਿਰ ਉਹਨੂੰ ਕਹਿੰਦੇ ਇਹਨਾਂ ਦਾ ਵੇਚ ਕੇ ਆ ਤੇ ਫਿਰ ਤੈਨੂੰ ਕਰਨ ਵਾਸਤੇ ਅਸੀਂ ਦੇਵਾਂਗੇ। ਇੱਕ ਪੂਰੀ ਕੜੀ ਬਣਾ ਕੇ ਜਿਹੜੀ ਪੰਜਾਬ ਦੀ ਜਵਾਨੀ ਨੂੰ ਆਪਦੇ ਚੁੰਗਲ ਦੇ ਵਿੱਚ ਫਸਾਉਂਦੇ ਆ। ਇਸ ਚੁੰਗਲ ਤੋਂ ਬਚਾਉਣ ਵਾਸਤੇ ਜੇ ਵੱਖਰੇ ਤੌਰ ਤੇ ਬਰਾਬਰ ਇੱਕ ਅਲਟਰਨੇਟਿਵ ਨਹੀਂ ਪੇਸ਼ ਕੀਤਾ ਜਾਊਗਾ, ਜਿੰਨਾ ਮਰਜ਼ੀ ਕਹੀ ਜਾਓ ਚਿੱਟਾ ਮਾੜਾ, ਜਿੰਨਾ ਮਰਜ਼ੀ ਕਹੀ ਜਾਓ ਨਸ਼ਾ ਮਾੜਾ, ਜਿਹੜੇ ਨੌਜਵਾਨ ਸੁਣਨ ਵਾਲੇ ਆ ਨਾ ਮੁੰਡੇ, ਜਦੋਂ ਕੋਈ ਸਿਆਣਾ ਬੰਦਾ ਖੜ ਕੇ ਕੋਈ ਗੱਲ ਕਰਦਾ, ਠੀਕ ਆ, 2 ਮਿੰਟ ਉਹਦੀ ਗੱਲ ਸੁਣ ਕੇ ਆਪਦਾ ਪਿੱਛਾ ਝਾੜ ਕੇ 4 ਗਾਲਾਂ ਕੱਢਦੇ ਉਹਨੂੰ ਵੀ ਵੱਡਾ ਆ ਸਿਆਣਾ, ਸਾਨੂੰ ਸਿਆਣਪ ਝਾੜਦਾ, ਠੀਕ ਆ, ਉਹਦਾ ਮਜ਼ਾਕ ਉਡਾਉਂਦੇ ਆ ਸਿਆਣੀਆਂ ਗੱਲਾਂ ਦੱਸਣ ਵਾਲਿਆਂ ਦਾ। ਕਿਉਂਕਿ ਫੋਕੀਆਂ ਗੱਲਾਂ ਨਾਲ ਕੁਝ ਨਹੀਂ ਹੁੰਦਾਗਾ। ਫੋਕੀਆਂ ਗੱਲਾਂ ਨਹੀਂ ਨੌਜਵਾਨ ਸੁਣਨਾ ਚਾਹੁੰਦੇ। ਨੌਜਵਾਨ ਕੁਝ ਚਾਹੁੰਦੇ ਆ, ਕੁਝ ਸਾਹਮਣੇ ਚਾਹੁੰਦੇ ਆ, ਕੋਈ ਅਲਟਰਨੇਟਿਵ ਚਾਹੁੰਦੇ ਆ। ਜੇ ਅਲਟਰਨੇਟਿਵ ਵਧੀਆ ਪੰਜਾਬ ਦੀ ਜਵਾਨੀ ਨੂੰ ਦਿੱਤਾ ਜਾਵੇ, ਖੇਡਾਂ ਵਾਲਾ ਦਿੱਤਾ ਜਾਵੇ, ਸਾਹਿਤ ਵਾਲਾ, ਲਿਟਰੇਚਰ ਵਾਲਾ, ਲਾਇਬ੍ਰੇਰੀ ਵਾਲਾ ਦਿੱਤਾ ਜਾਵੇ, ਤਾਂ ਹੀ ਜਿਹੜਾ ਪੰਜਾਬ ਦੀ ਜਵਾਨੀ ਬਚ ਸਕਦੀ ਆ। ਇਤਿਹਾਸਕ ਵਿਰਾਸਤਾਂ ਹੀ ਸਾਂਭ ਲਓ ਤੁਸੀਂ, ਟੂਰਿਜ਼ਮ ਪਲੇਸ ਵਿਕਸਿਤ ਕਰ ਲਓ ਤੁਸੀਂ। ਫਿਰੋਜ਼ਪੁਰ ਤੂੜੀ ਬਾਜ਼ਾਰ ਪਿਆ, ਗੁਪਤ ਰਾਣਾ ਭਗਤ ਸਿੰਘ ਹੋਰਾਂ ਦਾ, ਜਲਿਆਂਵਾਲਾ ਬਾਗ ਪਿਆ, ਸਰਾਬੇ ਦਾ ਘਰ ਪਿਆ, ਸਨਾਮ ਪਿਆ, ਊਧਮ ਸਿੰਘ ਦਾ ਘਰ, ਠੰਡਾ ਬੁਰਜ ਪਿਆ, ਰਿਗਲ ਸਿਨੇਮਾ ਪਿਆ, ਕਿੰਨੀਆਂ ਇਤਿਹਾਸਕ ਵਿਰਾਸਤਾਂ ਪਈਆਂ। ਅਸੀਂ ਕਹਿੰਦੇ ਕਿ ਸਾਲ 'ਚੋਂ ਜੇ ਅਸੀਂ ਪੂਰਾ ਇੱਕ ਸਿਸਟਮ ਬਣਾ ਲਈਏ ਨਾ, ਸਾਲ ਦੀ ਪੂਰੀ, ਸਾਨੂੰ ਲੱਗਦਾ ਵੀ ਕੋਈ ਮਹੀਨਾ ਖਾਲੀ ਨਹੀਂ ਜਾਣਾਗਾ। ਮਤਲਬ ਪੰਜਾਬ ਦੀ ਜਵਾਨੀ ਦਾ ਟੂਰ ਹੀ ਲਵਾ ਲਿਆ ਕਰੀਏ, ਪੰਜਾਬ ਸਰਕਾਰ ਟੂਰ ਹੀ ਲਵਾ ਦਿਆ ਕਰਨਾ ਇਤਿਹਾਸਕ ਵਿਰਾਸਤਾਂ ਦਾ, ਕਿ ਚੱਕੋ ਜੀ ਤੁਹਾਨੂੰ ਫ੍ਰੀ ਬੱਸ ਸੇਵਾ, ਜਾਓ ਇਤਿਹਾਸਕ ਵਿਰਾਸਤਾਂ ਦੇਖੋ ਜਾ ਕੇ, ਨਾਲ ਇੱਕ ਗਾਈਡ ਹੋਵੇ, ਦੱਸਿਓ ਉਹਨਾਂ ਦੀ ਮਹੱਤਤਾ ਬਾਰੇ। ਪਰ ਜਲਿਆਂਵਾਲੇ ਬਾਗ ਦਾ ਇਤਿਹਾਸ ਤਾਂ ਤੁਸੀਂ ਸਾਂਭਣ ਦੀ ਗੱਲ ਕਰਦੇ ਹੋ, ਇਨਕਲਾਬ ਜਿੰਦਾਬਾਦ ਲਿਖਿਆ ਹੋਇਆ, ਸਾਮਰਾਜਵਾਦ ਬਾਰੇ ਇੱਕ ਸ਼ਬਦ ਨਹੀਂ ਹੈਗਾ ਜਲਿਆਂਵਾਲੇ ਬਾਗ ਦੇ ਵਿੱਚ। ਜਿਹਦੇ ਖਿਲਾਫ ਗਦਰੀ ਬਾਬੇ ਲੜਦੇ ਰਹੇ, ਉਹ ਸਾਮਰਾਜ ਦਾ ਇੱਕ ਸ਼ਬਦ ਤੱਕ ਨਹੀਂ ਹੈਗਾ। ਪੰਜਾਬ ਦੀ ਜਵਾਨੀ ਗੁੰਮਰਾਹ ਹੋ ਰਹੀ ਆ, ਸਰਕਾਰ ਗੁੰਮਰਾਹ ਕਰਨ ਦੇ ਵਿੱਚ ਪੂਰਾ ਯੋਗਦਾਨ ਪਾ ਰਹੀ ਆ। ਇਸ ਕਰਕੇ ਫਿਰ ਅਸੀਂ ਇਹੀ ਕਹਾਂਗੇ ਕਿ ਜਿੰਨਾ ਸਮਾਂ ਵਿਕਲਪ ਨਹੀਂ ਦਿੱਤਾ ਜਾਂਦਾ ਖੇਡਾਂ ਵਾਲਾ, ਲਿਟਰੇਚਰ ਵਾਲਾ, ਰੁਜ਼ਗਾਰ ਵਾਲਾ, ਉਹਨਾਂ ਸਮਾਂ ਪੰਜਾਬ ਦੀ ਜਵਾਨੀ ਦਾ ਘਾਣ ਜਿਹੜਾ ਉਹ ਹੁੰਦਾ ਰਹਿਣਾ। ਇਹਨੂੰ ਬਚਾਉਣ ਵਾਸਤੇ ਅਲਟਰਨੇਟਿਵ ਜਿਹੜਾ ਉਹ ਦੇਣਾ ਪਊਗਾ।